जिंदाबाद, इनकलाब जिंदाबाद, नो फार्मर नो फूड, नो फार्मर नो फूड, नो फार्मर नो फूड, वी सपोर्ट फार्मर्स, वी सपोर्ट फार्मर्स, वी सपोर्ट फार्मर्स। भगत सिंह तेरी सोच ते मेरा देंगे ठोक के, शहीदों थोड़ी सोच ते मेरा देंगे ठोक के। किसान मजदूर एकता जिंदाबाद, नो फार्मर नो फूड, नो फार्मर नो फूड, नो फार्मर नो फूड, वी सपोर्ट फार्मर्स, वी सपोर्ट फार्मर्स, वी सपोर्ट फार्मर्स। काले कानून रद्द करो, रद्द करो, रद्द करो, काले कानून रद्द करो, रद्द करो, रद्द करो, काले कानून रद्द करो, रद्द करो, रद्द करो, झूठे पर्चे रद्द करो, रद्द करो, रद्द करो, झूठे पर्चे रद्द करो, रद्द करो, रद्द करो। भगत सिंह तेरी सोच ते मेरा देंगे ठोक के, भगत सिंह तेरी सोच ते मेरा देंगे ठोक के। किसान मजदूर एकता 26 ਤਰੀਕ ਤੋਂ ਬਾਅਦ ਦੀ ਘਟਨਾ ਵਾਪਰਦੀ ਹੈ। ਉਸ ਤੋਂ ਬਾਅਦ ਨੌਜਵਾਨਾਂ ਤੇ ਕਿਤੇ ਨਾ ਕਿਤੇ ਗੱਲਾਂ ਉੱਠੀਆਂ ਕਿ ਨੌਜਵਾਨਾਂ 'ਚ ਜੋਸ਼ ਬਹੁਤ ਹੈ ਪਰ ਉਹ ਥਿੜਕ ਜਾਂਦੇ ਨੇ ਜਦੋਂ ਹੋਸ਼ ਦੇ ਵਿੱਚ ਨਹੀਂ ਰਹਿੰਦੇ। ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ? ਵੱਖ-ਵੱਖ ਜਥੇਬੰਦੀਆਂ ਨੇ ਵੀ ਇਸ ਨੂੰ ਕਿਤੇ ਨਾ ਕਿਤੇ ਪ੍ਰਚਾਰਨ ਦੀ ਕੋਸ਼ਿਸ਼ ਕੀਤੀ ਹੈ। ਦੇਖੋ ਨੌਜਵਾਨਾਂ ਦਾ ਤੇ ਜਿਹੜੇ ਬਜ਼ੁਰਗ ਆ ਫਰਕ ਇੰਨਾ ਕਿਤੇ ਹੋਣਾ ਹੀ ਚਾਹੀਦਾ। ਫਿਰ ਉਹਨਾਂ ਨੂੰ ਆਪਾਂ ਕਵਾਂਗੇ ਇਹ ਨੌਜਵਾਨ ਨਹੀਂ ਇਹ ਬਜ਼ੁਰਗ ਹੈਗੇ। ਇਸੇ ਕਰਕੇ ਨੌਜਵਾਨ ਆ ਕਿ ਉਹ ਗਲਤੀਆਂ ਵੀ ਕਰਨਗੇ ਤੇ ਸਿੱਖਣਗੇ ਵੀ। ਗਿਆ ਉੱਥੇ ਟਰੈਕਟਰ ਗਏ ਲੱਖਾਂ ਦੀ ਗਿਣਤੀ ਦੇ ਵਿੱਚ 26 ਜਨਵਰੀ ਨੂੰ। ਉਹ ਆਮ ਯੂਥ ਆਮ ਨੌਜਵਾਨ ਸੀਗੇ, ਉਹ ਕਾਟਰ ਨਹੀਂ ਸੀ ਇਕੱਲਾ ਉਹ। ਗਰੀਬ ਸਮਾਜ ਹੈ। ਸੋ ਇਹ ਸਾਰੇ ਯੂਥ ਨੂੰ ਕਿਤੇ ਵੱਖਰਾ ਨਾ ਦੇਖੋ ਉਹਨਾਂ ਨੂੰ। ਜਿਵੇਂ ਹੁਣ ਫਸੇ ਹੋਏ ਆ ਯੂਥ ਜਿਹੜਾ ਇੱਥੇ ਜੇਲ੍ਹਾਂ 'ਚ ਫਸੇ ਹੋਇਆ ਉਹਨੂੰ ਛੁਡਾਉਣਾ ਜ਼ਿੰਮੇਵਾਰੀ ਬਣਦੀ ਹੈ ਸਾਰਿਆਂ ਨੂੰ। ਹੁਣ ਬਣਦਾ ਚੰਦ ਬੰਦਿਆਂ ਦਾ ਪਤਾ ਹੈ ਵੀ ਕਿਹੜੇ ਨੇ ਗਲਤ ਕੀਤਾ, ਕਿਹੜੇ ਯੂਥ ਨੇ ਗਲਤ ਕੰਮ ਕੀਤਾ, ਇਹ ਵੀ ਪਤਾ ਹੈਗਾ। ਉਹਨਾਂ ਨੂੰ ਛੱਡ ਕੇ ਨੌਜਵਾਨੀ ਵਿੱਚ ਜੋਸ਼ ਹੋਣਾ ਤਾਂ ਲਾਜ਼ਮੀ ਹੈ। ਜਿੱਥੋਂ ਤੱਕ ਗੱਲ 26 ਜਨਵਰੀ ਦੀ ਹੈ, ਇਹਦੇ ਵਿੱਚ ਜਿਹੜਾ ਉਹਨਾਂ ਨੇ ਉੱਥੇ ਕਰਵਾਇਆ ਇਹ ਸਾਰਾ ਕੁਝ ਸਰਕਾਰਾਂ ਨੇ ਕਰਵਾਇਆ ਹੈ। ਤੇ ਤੁਸੀਂ ਦੇਖ ਸਕਦੇ ਹੋ ਜਦੋਂ ਅਸੀਂ ਉੱਥੇ ਜਾ ਰਹੇ ਸੀ ਤਾਂ ਸਾਨੂੰ ਉੱਥੇ ਨਹੀਂ ਪਤਾ ਸੀ ਕਿ ਕਿੱਧਰ ਨੂੰ ਜਾਣਾ, ਕਿਹੜਾ ਰੂਟ ਹੈ। ਤੇ ਉੱਥੇ ਸਾਨੂੰ ਪ੍ਰਸ਼ਾਸਨ ਨੇ ਬੈਰੀਕੇਡ ਹਟਾ ਕੇ ਉੱਧਰ ਭੇਜਿਆ ਕਿ ਤੁਸੀਂ ਇੱਧਰ ਆਓ, ਇੱਧਰ ਆਓ, ਕਿਉਂਕਿ ਉਹ ਸਾਡੀ ਮਾਨਸਿਕਤਾ ਨੂੰ ਜਾਣਦੇ ਜਾਸੂਸ ਉਹਨਾਂ ਨੇ ਛੱਡੇ ਹੋਏ ਸੀ। ਗੱਲਾਂ ਹੁੰਦੀਆਂ ਸੀ ਕਿ ਅਸੀਂ ਲਾਲ ਕਿਲੇ ਝੰਡਾ ਲਹਿਰਾਉਣਾ। ਇਸ ਕਰਕੇ ਇਹ ਸਾਰਾ ਪ੍ਰਸ਼ਾਸਨ ਨੇ ਕੰਮ ਕਰਵਾਇਆ। ਬੰਦੇ ਨੇ ਬੁਲਾਇਆ ਸੀ ਆਪਾਂ ਦਿੱਲੀ ਘੇਰਨੀ, ਆਪਾਂ ਰਿੰਗ ਰੋਡ ਤੇ ਜਾਣਾ ਹੈ, ਇਹ ਕਹਿ ਕੇ ਬੁਲਾਏ ਸੀ। ਲੱਖਾਂ ਲੋਕ ਗਏ, ਲੱਖਾਂ ਖਾਸ ਕਰ ਕਿਉਂਕਿ ਯੂਥ ਹੀ ਜਾਣਾ ਜੀ, ਟਰੈਕਟਰ ਯੂਥ ਨਹੀਂ ਚਲਾਉਣਾ। ਉਹਨਾਂ ਨੇ ਜਾ ਕੇ ਉਸ ਨੂੰ ਜਾਣਾ। ਉਹ ਦਿੱਲੀ ਗਏ, ਰਿੰਗ ਰੋਡ ਤੇ ਗਏ। ਕੋਈ ਮਾੜੀ ਗੱਲ ਨਹੀਂ, ਮੈਂ ਅੱਜ ਵੀ ਕਹਿਣਾ ਕੋਈ ਮਾੜੀ ਗੱਲ ਨਹੀਂ ਹੈਗੀ ਰਿੰਗ ਰੋਡ ਤੇ ਜਾਣਾ। ਲੇਕਿਨ ਉਹਨਾਂ ਨੂੰ ਜਾਣ ਬੁੱਝ ਕੇ ਸਰਕਾਰ ਨੇ ਉਹ ਟਰੈਪ ਜਿਹੜਾ ਲਾਲ ਕਿਲੇ ਵਾਲਾ ਸੀਗਾ, ਉਹ ਟਰੈਪ ਦੇ ਵਿੱਚ ਕੁਝ ਘਟਨਾਵਾਂ ਇੱਦਾਂ ਦੀਆਂ ਆਪ ਖੁਦ ਹੀ ਕਰਵਾ ਕੇ ਯੂਥ ਨੂੰ ਹੁਣ ਡਰਾਇਆ ਜਾ ਰਿਹਾ ਹੈ। ਬਿਲਕੁਲ ਜੀ, ਮਹਾਰਾਜ ਦੀ ਰੈਲੀ ਬਹੁਤ ਵੱਡੀ ਸੀ। ਲੱਖਾ ਸਿਧਾਣਾ ਬਾਈ ਉੱਥੇ ਆਏ ਆ ਤੇ ਨੌਜਵਾਨ ਬਿਲਕੁਲ ਉਹਨਾਂ ਦੇ ਨਾਲ ਹੈ ਜੀ। ਉਹਨਾਂ ਨੇ ਪਹਿਲਾਂ ਵੀ ਮਾਂ ਬੋਲੀ ਪੰਜਾਬੀ ਵਾਸਤੇ ਵੀ ਕਾਫੀ ਕੰਮ ਕੀਤਾ ਹੈ ਤੇ ਸਰਕਾਰਾਂ ਤੇ ਉਹ ਕਟਾਸ਼ ਕਰਦੇ ਰਹਿੰਦੇ ਆ। ਇਸ ਕਰਕੇ ਨੌਜਵਾਨ ਬਿਲਕੁਲ ਦੀਪ ਸਿੱਧੂ ਬਾਈ ਤੇ ਲੱਖੇ ਸਿਧਾਣੇ ਦੇ ਨਾਲ। ਜਦ ਟਕੈਤ ਰਕੇਸ਼ ਟਕੈਤ ਖੁਦ ਕਹਿ ਰਿਹਾ ਕਿ ਫੈਸਲੇ ਜਿਹੜੇ ਸਾਰੇ ਸੰਯੁਕਤ ਕਿਸਾਨ ਮੋਰਚੇ ਚੋੜ ਗਏ ਆਪਾਂ ਉਹਨੂੰ ਮੰਨਾਂਗੇ, ਜਦੋਂ ਖੁਦ ਉਹ ਕਹਿ ਰਿਹਾ ਕਿ ਜੋ ਸਿੰਘੂ ਬਾਰਡਰ ਵਾਲੀ ਲੀਡਰਸ਼ਿਪ ਆ ਉਹੀ ਮੇਰੇ ਲੀਡਰ ਹੈਗੇ ਆ, ਫਿਰ ਆਪਾਂ ਵਾਧੂ ਕਿਆ ਸਰਾਈਆਂ ਕਿਉਂ ਲਾਉਣੀਆਂ? ਵਾਧੂ ਅਸੀਂ ਐਵੇਂ ਪਤੰਗਾਂ ਉਡਾਈ ਜਾਈਏ ਕਿ ਆਹ ਹੋ ਗਿਆ ਜਾਂ ਹੈ ਨਾ, ਉਹਦਾ ਕੋਈ ਮਤਲਬ ਨਹੀਂ ਹੈਗਾ। ਕਾਲੇ ਕਾਨੂੰਨ ਰੱਦ ਕਰੋ, ਨੋ ਫਾਰਮਰ ਨੋ ਫੂਡ, ਨੋ ਫਾਰਮਰ ਨੋ ਫੂਡ, ਵੀ ਸਪੋਰਟ ਫਾਰਮਰਸ, ਵੀ ਸਪੋਰਟ ਫਾਰਮਰਸ, ਵੀ ਸਪੋਰਟ ਫਾਰਮਰਸ। ਸੋ ਅੱਜ ਨੌਜਵਾਨ ਕਿਸਾਨ ਦਿਵਸ ਜਿਹੜਾ ਉਹ ਮਨਾਇਆ ਜਾ ਰਿਹਾ ਹੈ। ਸੈਕਟਰ 17 ਦੇ ਵਿੱਚ ਜੋ ਨੌਜਵਾਨਾਂ ਨੇ ਇਕੱਠ ਕਰਕੇ ਪ੍ਰਦਰਸ਼ਨ ਕੀਤਾ ਹੈਗਾ। ਸਾਡੇ ਨਾਲ ਕਾਂਗਰਸ ਦੇ ਆਗੂ ਸੁਰਜੀਤ ਸਿੰਘ ਸਵੈਚ ਨੇ, ਉਹਨਾਂ ਨਾਲ ਗੱਲਬਾਤ ਕਰ ਲੈਣਾ। ਸਰ, ਕਿਸਾਨ ਤਾਂ ਕਿਸਾਨ ਹੈ, ਨੌਜਵਾਨ ਨੂੰ ਅਲੱਗ ਤੌਰ ਦੇ ਤਰੀਕੇ ਤੇ ਪੇਸ਼ ਕਰਕੇ ਕਰਨਾ ਉਹ ਕਿਵੇਂ ਦੇਖਦੇ ਹੋ? ਨਹੀਂ, ਸਾਰੇ ਵਰਗਾਂ ਨੂੰ ਇਕਜੁੱਟ ਹੋਣਾ ਨੌਜਵਾਨ ਅਲੱਗ ਤਾਂ ਆਪਾਂ ਦੇਖ ਹੀ ਨਹੀਂ ਸਕਦੇ ਜੀ, ਕਿਸਾਨਾਂ ਦੀ ਨਹੀਂ, ਕਿਉਂਕਿ ਜਿਹੜੀ ਲੜਾਈ ਹੈਗੀ ਹੈ ਕਿਸਾਨਾਂ ਦੀ ਲੜਾਈ ਹੈਗੀ ਹੈ, ਇਹ ਯੂਥ ਦੀ ਲੜਾਈ ਹੈ। ਇਹ ਅਲੱਗ ਤਾਂ ਹੋ ਹੀ ਨਹੀਂ ਸਕਦੀ ਹੈਗੀ ਜਿਸ ਤਰ੍ਹਾਂ ਸਾਡਾ ਤੇ ਬਿਨਾਂ ਯੂਥ ਦੀ ਪਾਰਟਿਸਿਪੇਸ਼ਨ ਤੇ ਲੜਾਈ ਜਿੱਤੀ ਵੀ ਨਹੀਂ ਜਾ ਸਕਦੀ। ਉਹਨਾਂ ਨੂੰ ਵੀ ਅੱਗੇ ਜੋ ਹੁਣ ਤੱਕ ਹੋਇਆ ਹੈ ਤੁਸੀਂ ਦੇਖਿਆ ਹੈ ਨਿਊਜ਼ ਹੈ ਕਿ ਸ਼ੁਰੂ ਪੰਜਾਬ ਤੋਂ ਹੋਇਆ, ਲੋਕਾਂ ਦੀ ਕਿਸਾਨ ਜਥੇਬੰਦੀਆਂ ਨੇ ਕੀਤਾ ਹੈ। ਲੇਕਿਨ ਜਿਹੜਾ ਇਹਦਾ ਗਵਰਨਮੈਂਟ ਤੇ ਭਾਰਤ ਸਰਕਾਰ ਤੇ ਜਿਹੜਾ ਅਸਰ ਹੋਇਆ ਜਦੋਂ ਹਿੱਲੀ ਹੈ,
ਜਦੋਂ ਯੂਥ ਨੇ ਹੰਬਲਾ ਮਾਰਿਆ ਤੇ ਯੂਥ ਨੇ ਲੱਖਾਂ ਦੀ ਗਿਣਤੀ ਦੇ ਵਿੱਚ ਜਾ ਕੇ ਦਿੱਲੀ ਨੂੰ ਘੇਰਿਆ ਹੈ, ਜੋ ਦਿਸ਼ਾ ਉਦੋਂ ਫਿਰ ਸਰਕਾਰ ਹਿੱਲੀ ਹੈ ਜੀ। ਸਾਡੇ ਨੌਜਵਾਨ ਯੂਥ ਨੂੰ ਟਾਰਗੇਟ ਵੀ ਕੀਤਾ ਜਾ ਰਿਹਾ ਕਿਤੇ ਨਾ ਕਿਤੇ। ਆਪਾਂ ਦੇਖਦੇ ਹਾਂ ਕਿ ਪਿਛਲੇ ਦਿਨੀ ਦਿੱਲੀ ਦੇ ਵਿੱਚ ਜੋ 26 ਜਨਵਰੀ ਤੋਂ ਬਾਅਦ ਕਾਫੀ ਗ੍ਰਿਫਤਾਰੀਆਂ ਹੋਈਆਂ ਨੇ, ਉਸ ਨੂੰ ਕਿਵੇਂ ਦੇਖਦੇ ਹੋ ਕਿ ਲਗਾਤਾਰ ਸੈਂਟਰ ਸਰਕਾਰ ਨੌਜਵਾਨਾਂ ਦੇ ਉੱਪਰ ਟਾਰਗੇਟ ਕਰ ਰਹੀ ਹੈ? ਦੂਜੇ ਪਾਸੇ ਲੱਖਾ ਸਿਧਾਣਾ ਨੇ, ਉਹਨਾਂ ਦੇ ਉੱਪਰ 1 ਲੱਖ ਰੁਪਏ ਦਾ ਇਨਾਮ ਹੈ ਔਰ ਉਹ ਬਠਿੰਡਾ ਦੇ ਵਿੱਚ ਸ਼ਰੇਆਮ ਰੈਲੀ ਕਰ ਰਹੇ ਨੇ। ਖਿਲਾਫ ਹੈ ਦੇਖੋ ਮੈਂ ਤਾਂ ਬਿਲਕੁਲ ਸਪਸ਼ਟ ਹਾਂ ਜੀ ਸੰਵਿਧਾਨ ਦੇ ਕਿ ਦਿੱਲੀ ਦੇ ਵਿੱਚ ਜੋ 26 ਜਨਵਰੀ ਨੂੰ ਹੋਇਆ ਜਿਹੜੇ ਕਹਿੰਦੇ ਨੇ ਉਹ ਸਰਕਾਰ ਦੀ ਇੱਕ ਸੋਚੀ ਸਮਝੀ ਸਾਜ਼ਿਸ਼ ਸੀਗੀ, ਚਾਲ ਸੀਗੀ, ਇੱਕ ਟ੍ਰੈਪ ਸੀਗਾ। ਅਸੀਂ ਰਾਸ਼ਟਰਵਾਦ ਕੁਝ ਬੰਦੇ ਚੰਦ ਬੰਦੇ ਸੀ ਜਿਹੜੇ ਉਹ ਲਾਲ ਕਿਲੇ ਦੀ ਘਟਨਾ ਬਾਰੇ ਜਾਣਦੇ ਸੀ ਕੀ ਕਰਨਾ ਕੀ ਨਹੀਂ ਕਰਨਾ। ਆਮ ਯੂਥ ਨੂੰ ਕੋਈ ਉੱਥੇ ਪਤਾ ਨਹੀਂ ਸੰਵਿਧਾਨ ਸੀ। ਨੂੰ ਬਚਾਉਣਾ ਹੈ ਬਹੁਤੇ ਨੌਜਵਾਨ ਤਾਂ ਜਿਹੜੇ ਬੁਲਾਏ ਗਏ ਸੀਗੇ, ਤੇ ਜਿਹੜੀਆਂ ਲੋਕਾਂ ਦੇ ਸਾਰੇ ਖਿਲਾਫ ਜਥੇਬੰਦੀਆਂ ਨੇ, ਨੇ ਬੁਲਾਇਆ ਸੀ ਆਪਾਂ ਦਿੱਲੀ ਘੇਰਨੀ ਆ, ਆਪਾਂ ਰਿੰਗ ਰੋਡ ਤੇ ਜਾਣਾ ਹੈ, ਸਰਕਾਰ ਇਹ ਦੇ ਕਹਿ ਕੇ ਸੁਪਨੇ ਬੁਲਾਏ ਸੀ। ਪੂਰੀਆਂ ਲੱਖਾਂ ਲੋਕ ਚਾਹੁੰਦੇ ਗਏ, ਲੱਖਾਂ ਜੇ ਖਾਸ ਕਰ ਸਾਨੂੰ ਕਿਉਂਕਿ ਯੂਥ ਹੀ ਜਾਣਾ ਜੀ, ਟਰੈਕਟਰ ਯੂਥ ਨਹੀਂ ਚਲਾਉਣਾ, ਉਹਨਾਂ ਨੇ ਜਾ ਕੇ ਉਸ ਲਈ ਜਾਣਾ ਹੈ। ਉਹ ਦਿੱਲੀ ਗਏ, ਦਿੱਲੀ ਗਏ, ਰਿੰਗ ਰੋਡ ਤੇ ਗਏ। ਕੋਈ ਮਾੜੀ ਗੱਲ ਨਹੀਂ, ਮੈਂ ਅੱਜ ਵੀ ਕਹਿਣਾ ਕੋਈ ਮਾੜੀ ਗੱਲ ਨਹੀਂ ਹੈਗੀ ਰਿੰਗ ਰੋਡ ਤੇ ਜਾਣਾ, ਲੇਕਿਨ ਉਹਨਾਂ ਨੂੰ ਜਾਣਬੁੱਝ ਕੇ ਸਰਕਾਰ ਨੇ ਉਹ ਟ੍ਰੈਪ ਜਿਹੜਾ ਲਾਲ ਕਿਲੇ ਵਾਲਾ ਸੀਗਾ, ਉਹ ਟ੍ਰੈਪ ਦੇ ਵਿੱਚ ਕੁਝ ਘਟਨਾਵਾਂ ਇੱਦਾਂ ਦੀਆਂ ਆਪ ਖੁਦ ਹੀ ਕਰਵਾ ਕੇ ਮੇਰੇ ਹਿਸਾਬ ਨਾਲ ਯੂਥ ਨੂੰ ਹੁਣ ਡਰਾਇਆ ਜਾ ਰਿਹਾ ਹੈ। ਅੱਜ ਵੀ ਅਸੀਂ ਜਿਹੜੇ ਯੂਥ ਉੱਥੇ ਪਹਿਲੀ ਵਾਰ ਗਏ ਆ, ਕਈਆਂ ਨੂੰ ਤਾਂ ਪਤਾ ਹੀ ਨਹੀਂ, ਦਿੱਲੀ ਦੇ ਰਾਹ ਵੀ ਨਹੀਂ ਪਤਾ ਕਈਆਂ ਨੂੰ, ਤਾਂ ਕਈ ਤਾਂ ਭਟਕੇ ਹੋਏ ਉਦੋਂ ਫੜੇ ਗਏ ਤੇ ਉਹ ਜਿਹੜੇ ਜੇਲ੍ਹਾਂ 'ਚ ਪਾ ਕੇ ਉਹਨਾਂ ਨੂੰ ਪਰਚੇ ਬਣਾ ਕੇ ਝੂਠੇ ਉਹਨਾਂ ਨੂੰ ਯੂਥ ਨੂੰ ਡਰਾਇਆ ਜਾ ਰਿਹਾ। ਯੂਥ ਪਿੱਛੇ ਹਟ ਗਿਆ, ਫਿਰ ਇਹ ਸੰਘਰਸ਼ ਕਾਮਯਾਬ ਨਹੀਂ ਹੋ ਸਕਦਾ ਹੈਗਾ। ਚਾਹੇ ਉਹ ਕੋਈ ਵੀ ਸੋ ਇਹ ਗਵਰਨਮੈਂਟ ਦੀ ਚਾਲ ਵੀ ਸਾਬਤ ਹੋ ਗਈ ਹੈ, ਲੇਕਿਨ ਮੈਂ ਇੱਕ ਬੇਨਤੀ ਇਹ ਕਰਾਂਗਾ ਕਿ ਜਿੰਨੀਆਂ ਵੀ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਅਸੀਂ ਇਸ ਦੇਸ਼ ਨੂੰ ਉਹ ਇਹ ਗੱਲ ਸਮਝ ਲੈਣ ਕਿ ਉਹਨਾਂ ਦਾ ਕਾਡਰ ਇਕੱਲਾ ਇਹ ਸੰਘਰਸ਼ ਨਹੀਂ ਜਿੱਤ ਬਹੁਤ ਸਕਦਾ। ਜ਼ਰੂਰੀ ਕਰਨਾ ਚਾਹੁੰਦਾ ਹਾਂ ਜਿਹੜਾ ਦਿੱਲੀ ਯੂਥ ਗਿਆ ਉੱਥੇ ਟਰੈਕਟਰ ਗਏ ਲੱਖਾਂ ਦੀ ਗਿਣਤੀ ਦੇ ਵਿੱਚ 26 ਜਨਵਰੀ ਨੂੰ, ਉਹ ਆਮ ਯੂਥ ਇਸ ਮਸਲੇ ਸੀ, ਦੇ ਉੱਪਰ ਆਮ ਨੌਜਵਾਨ ਸੀਗੇ, ਉਹ ਕਾਡਰ ਨਹੀਂ ਸੀ ਇਕੱਲਾ ਉਹ। ਗਰੀਬ ਸਮਾਜ ਹੈ, ਸੋ ਇਹ ਸਾਰੇ ਯੂਥ ਨੂੰ ਕਿਤੇ ਵੱਖਰਾ ਨਾ ਦੇਖੋ ਉਹਨਾਂ ਨੂੰ, ਜਿਵੇਂ ਹੁਣ ਫਸੇ ਹੋਏ ਆ ਯੂਥ ਜਿਹੜਾ ਇੱਥੇ ਜੇਲ੍ਹਾਂ 'ਚ ਫਸੇ ਹੋਇਆ, ਉਹਨੂੰ ਛੁਡਾਉਣਾ ਜ਼ਿੰਮੇਵਾਰੀ ਬਣਦੀ ਹੈ ਸਾਰਿਆਂ ਨੂੰ ਹੋਣਾ ਬਣਦਾ ਹੈ। ਚੰਦ ਬੰਦਿਆਂ ਦਾ ਪਤਾ ਹੈ ਵੀ ਕਿਹੜੇ ਨੇ ਗਲਤ ਕੀਤਾ, ਕਿਹੜੇ ਯੂਥ ਨੇ ਗਲਤ ਕੰਮ ਕੀਤਾ, ਇਹ ਵੀ ਪਤਾ ਹੈਗਾ, ਉਹਨਾਂ ਨੂੰ ਛੱਡ ਕੇ ਤੁਸੀਂ ਬਾਕੀ ਜਿਹੜਾ ਯੂਥ ਹੈਗਾ ਜਿਹੜਾ ਕਿ ਇਸ ਸੰਘਰਸ਼ ਦੇ ਵਿੱਚ ਤਨੋਂ ਲੱਗਿਆ ਹੋਇਆ ਹੈ, ਉਹ ਸਾਰਿਆਂ ਨੂੰ ਇਕੱਠੇ ਰਲਾ ਕੇ ਇੱਕ ਮੰਚ ਤੇ ਇਕੱਠੇ ਕਰਕੇ ਤਾਂ ਆਪਾਂ ਸੰਘਰਸ਼ ਜਿੱਤਾਂਗੇ। 1 ਤਰੀਕ ਨੂੰ ਅਕਾਲੀ ਦਲ ਨੇ ਕਾਲ ਦਿੱਤੀ ਹੈ ਵਿਧਾਨ ਸਭਾ ਦੇ ਘਰਾਓ ਦੀ। ਤਾਂ ਜੋ ਆਉਣ ਵਾਲੇ ਜਿਹੜੇ ਅਕਾਲੀ ਦਲ ਤਾਂ ਦੇਖੋ ਚਲੋ ਆਪਣੇ ਤੌਰ ਤੇ ਜੋ ਕਰ ਰਿਹਾ ਹੁਣ ਉਹਨੂੰ ਕਰੀ ਜਾਂਦਾ ਪੋਲਿਟਿਕਸ, ਉਹ ਆਪਣੇ ਇਹਦੇ ਚੋਂ ਪੋਲਿਟਿਕਸ ਕੱਢਦੇ ਨੇ, ਸਿਆਸਤ ਕੱਢਦੇ ਨੇ। ਮੈਂ ਤਾਂ ਇਹਦੇ ਬਾਰੇ ਵੀ ਇਹ ਕਹੂੰਗਾ ਕਿ ਅੱਜ ਸਮਾਂ ਨਹੀਂ ਹੈਗਾ ਕਿ ਪੋਲੀਟੀਕਲ ਪਾਰਟੀਆਂ ਜਿਹੜੀਆਂ ਪੰਜਾਬ ਦੀਆਂ ਹੈਗੀਆਂ ਨੇ ਉਹ ਆਪਣਾ ਜਿਹੜਾ ਪੋਲੀਟੀਕਲ ਏਜੰਡਾ ਇਸ ਸਟੇਜ ਤੇ ਕੋਈ ਉਹਨੂੰ ਜ਼ਿਆਦਾ ਉਭਾਰਨ। ਸਿਆਸੀ ਗੱਲਾਂ ਬਾਅਦ ਚ ਹੋ ਜਾਣਗੀਆਂ, ਜੇ 2022 ਦਾ ਜਿਹੜਾ ਇਲੈਕਸ਼ਨ ਹੈਗਾ ਉਹ ਅੱਗੇ ਜਾ ਕੇ ਜਨਵਰੀ ਚ ਹੋਣਾ ਹੈ। ਉਸ ਆਵਾਜ਼ ਨੂੰ ਵੀ ਇਸ ਵੇਲੇ ਸਾਰਾ ਫੋਕਸ ਜਿਹੜਾ ਹੈਗਾ ਉਹ ਚਾਹੀਦਾ ਹੈ ਇਹ ਸੰਘਰਸ਼ ਵੱਲ। ਠੀਕ ਹੈ, ਅਕਾਲੀ ਦਲ ਨੇ ਪਹਿਲਾਂ ਮਦਦ ਕੀਤੀ, ਸਪੋਰਟ ਕੀਤੀ ਹੈ ਕਾਨੂੰਨਾਂ ਦੀ, 2.5-3 ਮਹੀਨਿਆਂ ਵਾਸਤੇ ਕਰਦੇ ਰਹੇ ਹੈ, ਬਾਅਦ ਦੇ ਵਿੱਚ ਛੱਡ ਕੇ ਆ ਕੇ ਠੀਕ ਹੈ ਅੱਜ ਕਰ ਰਹੇ ਨੇ, ਉਹ ਵੀ ਇਸ ਗੱਲ ਦੀ ਅਸੀਂ ਕਹਿੰਦੇ ਹਾਂ ਠੀਕ ਹੀ ਕਰ ਰਹੇ, ਜੋ ਕਰ ਰਹੇ ਸਪੋਰਟ ਕਰ ਰਹੇ ਹੈ। ਲੇਕਿਨ ਸਭ ਤੋਂ ਵੱਡਾ ਜਿਹੜਾ ਫੋਕਸ ਹੈਗਾ ਉਹ ਬਸ ਕਾਨੂੰਨਾਂ ਦੇ ਖਿਲਾਫ ਹੀ ਚਾਹੀਦਾ ਜੀ। ਬਹੁਤ ਬਹੁਤ ਧੰਨਵਾਦ। ਸੋ ਨੌਜਵਾਨ ਕਿਸਾਨ ਦਿਵਸ ਮਨਾਇਆ ਜਾ ਰਿਹਾ ਚੰਡੀਗੜ੍ਹ ਦੇ ਸੈਕਟਰ 17 ਵਿੱਚ। ਤੁਸੀਂ ਪਿੱਛੇ ਦੇਖ ਸਕਦੇ ਹੋ ਨੌਜਵਾਨ ਇਕੱਠੇ ਹੋ ਕੇ ਕਿਤੇ ਨਾ ਕਿਤੇ ਝੰਡੇ ਲੈ ਕੇ ਆਪਣੇ ਹੱਥ ਦੇ ਵਿੱਚ ਕਿਸਾਨ ਨੌਜਵਾਨ ਦਿਵਸ ਮਨਾ ਰਹੇ ਨੇ ਔਰ ਉਸੇ ਤੇ ਕਾਂਗਰਸ ਦੇ ਆਗੂ ਸੁਰਜੀਤ ਸਿੰਘ ਸਵੈਚ ਸਾਡੇ ਨਾਲ ਮੌਜੂਦ ਸੀ, ਗੱਲਬਾਤ ਉਹਨਾਂ ਨਾਲ ਕੀਤੀ ਸੀ ਔਰ ਅੱਗੇ ਵੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਵਾਂਗੇ, ਗੱਲਬਾਤ ਕਰਾਂਗੇ। ਨੌਜਵਾਨ ਕਿਸਾਨ ਦਿਵਸ ਜੋ ਹੈ ਮਨਾਇਆ ਜਾ ਰਿਹਾ ਲਗਾਤਾਰ ਔਰ ਉਦਘਾਟਨ ਕਰਨਾ ਨੌਜਵਾਨ ਕਿਸਾਨ ਦਿਵਸ ਚੰਡੀਗੜ੍ਹ ਦੇ ਸੈਕਟਰ 17 ਦੇ ਵਿੱਚ ਮਨਾਇਆ ਗਿਆ। ਪ੍ਰੋਫੈਸਰ ਮਨਜੀਤ ਸਿੰਘ ਵੀ ਮੌਜੂਦ ਨੇ, ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਪ੍ਰੋਫੈਸਰ ਮਨਜੀਤ ਸਰ, ਨੌਜਵਾਨ ਕਿਸਾਨ ਦਿਵਸ ਮਨਾਇਆ ਗਿਆ ਹੈਗਾ ਅੱਜ। ਕਿਸਾਨ ਤਾਂ ਕਿਸਾਨ ਹੈ, ਨਾ ਉਹ ਨੌਜਵਾਨ ਹੈ, ਨਾ ਉਹ ਬਜ਼ੁਰਗ ਵੀ ਕਿਸਾਨ ਹੈ, ਨੌਜਵਾਨ ਵੀ ਕਿਸਾਨ ਹੈ। ਕਿ ਜੋ ਲੋਕ ਇਸ ਨੂੰ ਡਿਫਰੈਂਸ਼ੀਏਟ ਕਰਦੇ ਨੇ ਉਸ ਨੂੰ ਇਹ ਇੱਕ ਦੱਸਣ ਦਾ ਤਰੀਕਾ ਹੈ? ਨਹੀਂ ਬਿਲਕੁਲ। ਅਸੀਂ ਨਾ ਕਿਸਾਨ ਜਿਹੜੀ ਲੀਡਰਸ਼ਿਪ ਹੈ ਉਹ ਇਹ ਸੋਚਦੀ ਹੈ ਕਿ ਇਹ ਸਰਵ ਸਮੁਦਾਇ ਦਾ ਇੱਕ ਸਟਰਗਲ ਜਿਹੜਾ ਜਦੋਜਹਿਦ ਅੰਦੋਲਨ ਨਜ਼ਰ ਆਏ। ਜਦ ਅਸੀਂ ਇਹਨੂੰ ਜਨ ਅੰਦੋਲਨ ਕਹਿੰਦੇ ਹਾਂ ਤੇ ਜਨ ਅੰਦੋਲਨ ਦੇ ਵਿੱਚ ਸਾਰੀਆਂ ਅਲੱਗ-ਅਲੱਗ ਕੈਟੇਗਰੀਜ਼, ਅਲੱਗ-ਅਲੱਗ ਲੋਕ ਅਲੱਗ-ਅਲੱਗ ਕਿਸਮ ਦੇ ਹੈਗੇ ਆ, ਤਾਂ ਕੁਦਰਤੀ ਹੈ ਕਿ ਉਹਦੇ ਵਿੱਚ ਨੌਜਵਾਨਾਂ ਦੀ ਇੱਕ ਅਹਿਮ ਭੂਮਿਕਾ ਹੈਗੀ ਆ। ਉਹਦੇ ਵਿੱਚ ਦਲਿਤ ਸਮੁਦਾਇ ਦੀ ਕੱਲ੍ਹ ਨੂੰ
ਗੁਰੂ ਰਵਿਦਾਸ ਜੀ ਦਾ ਜਨਮ ਦਿਨ ਉੱਥੇ ਮਨਾਇਆ ਜਾ ਰਿਹਾ। ਅਸੀਂ ਉਹਨਾਂ ਨੂੰ ਲੱਗ ਨਹੀਂ ਦੇਖਣਾ ਚਾਹੁੰਦੇ। ਅਸੀਂ ਨਹੀਂ ਚਾਹੁੰਦੇ ਕਿ ਇਹ ਇੱਕ ਜੱਟਾਂ ਦਾ ਜਾਂ ਜਾਟਾਂ ਦਾ ਸੰਘਰਸ਼ ਬਣ ਕੇ ਰਹਿ ਜਾਏ। ਅਸੀਂ ਚਾਹੁੰਦੇ ਹਾਂ ਕਿ ਇਹਦੇ 'ਚ ਔਰਤਾਂ ਦੀ ਸ਼ਮੂਲੀਅਤ ਵੱਡੇ ਪੱਧਰ ਤੇ ਹੋਣੀ ਚਾਹੀਦੀ ਆ, ਬੱਚਿਆਂ ਦੀ, ਹੋਰਨਾਂ ਦੀ, ਕਿਉਂਕਿ ਇਹ ਇਕੱਲਾ ਰੋਸ ਹੀ ਨਹੀਂ ਹੈ, ਇਕੱਲੀ ਇੱਕ ਜਦੋਜਹਿਦ ਹੀ ਨਹੀਂ ਹੈ, ਬਲਕਿ ਇੱਕ ਬਹੁਤ ਵੱਡੀ ਟ੍ਰੇਨਿੰਗ ਦਾ ਹਿੱਸਾ ਆ। ਸਾਰੇ ਜਿਹੜੇ ਨੌਜਵਾਨ ਇੱਥੇ ਲਗਾਤਾਰ ਸ਼ਾਮਲ ਹੋ ਰਹੇ, ਇਹ ਘਰੀਂ ਦੁਬਾਰਾ ਜਾਣਗੇ ਨਹੀਂ, ਇਹ ਬਹੁਤ ਕੁਝ ਸਿੱਖ ਕੇ ਜਾਣਗੇ, ਤੇ ਜਦੋਂ ਸਿੱਖ ਲੈਣਗੇ ਤੇ ਸਾਰੀ ਉਮਰ ਲੋਕਾਂ ਨੂੰ ਸਿਖਾਉਣ ਲਈ ਵੀ ਇੱਕ ਵੱਡੇ ਵਧੀਆ ਸੋਹਣੇ ਲੀਡਰ, ਸੁਚੱਜੇ ਇਮਾਨਦਾਰ ਲੀਡਰ ਬਣ ਕੇ ਵੀ ਅੱਗੇ ਆਉਣਗੇ। ਇਸ ਲਈ ਇਸ ਨੂੰ ਇਹ ਕਿ ਨੌਜਵਾਨ ਆਪਣੀ ਜ਼ਿੰਮੇਵਾਰੀ ਸਮਝਣ, ਔਰ ਇਤਿਹਾਸ ਕੀ ਹੈ ਜੋ ਲਗਾਤਾਰ ਜਦੋਂ ਸੁਣਦੇ ਆ ਤੇ ਉਹਨਾਂ ਦਾ ਇੱਕ ਟ੍ਰੇਨਿੰਗ ਵੀ, ਇਹ ਕੋਰਸ ਟ੍ਰੇਨਿੰਗ ਦਾ ਸਮਝ ਲਓ। ਇਹ ਕਿਸਾਨ ਯੂਨੀਵਰਸਿਟੀ ਦੇ ਵਿੱਚ ਇਹ ਕਿਸਾਨ ਇਹਨਾਂ ਦਾ ਨੌਜਵਾਨਾਂ ਦਾ ਟ੍ਰੇਨਿੰਗ ਲਗਾਤਾਰ ਹੋ ਰਹੀ ਹੈ, ਉਹਦਾ ਇਹ ਵੀ ਮਕਸਦ ਹੈ। 26 ਤਰੀਕ ਤੋਂ ਬਾਅਦ 26 ਤਰੀਕ ਦੀ ਘਟਨਾ ਵਾਪਰਦੀ ਹੈ, ਉਸ ਤੋਂ ਬਾਅਦ ਨੌਜਵਾਨਾਂ ਤੇ ਕਿਤੇ ਨਾ ਕਿਤੇ ਗੱਲਾਂ ਉੱਠੀਆਂ ਕਿ ਨੌਜਵਾਨਾਂ 'ਚ ਜੋਸ਼ ਬਹੁਤ ਹੈ ਪਰ ਉਹ ਥਿੜਕ ਜਾਂਦੇ ਨੇ ਜਦੋਂ ਹੋਸ਼ ਦੇ ਵਿੱਚ ਨਹੀਂ ਰਹਿੰਦੇ। ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ? ਵੱਖ-ਵੱਖ ਜਥੇਬੰਦੀਆਂ ਨੇ ਵੀ ਇਸ ਨੂੰ ਕਿਤੇ ਨਾ ਕਿਤੇ ਪ੍ਰਚਾਰਨ ਦੀ ਕੋਸ਼ਿਸ਼ ਕੀਤੀ ਹੈ। ਦੇਖੋ, ਨੌਜਵਾਨਾਂ ਦਾ ਤੇ ਜਿਹੜੇ ਬਜ਼ੁਰਗ ਆ ਫਰਕ ਇੰਨਾ ਕਿਤੇ ਹੋਣਾ ਹੀ ਚਾਹੀਦਾ। ਫਿਰ ਉਹਨਾਂ ਨੂੰ ਆਪਾਂ ਕਹਾਂਗੇ ਇਹ ਨੌਜਵਾਨ ਨਹੀਂ, ਇਹ ਬਜ਼ੁਰਗ ਹੈਗੇ। ਇਸੇ ਕਰਕੇ ਨੌਜਵਾਨ ਆ ਕਿ ਉਹ ਗਲਤੀਆਂ ਵੀ ਕਰਨਗੇ ਤੇ ਸਿੱਖਣਗੇ ਵੀ। ਇਹ ਜ਼ਰੂਰੀ ਨਹੀਂ ਕਿ ਸਾਡੇ ਕਹਿਣ ਤੇ ਗਲਤੀਆਂ ਨਾ ਕਰਨ, ਉਹ ਗਲਤੀਆਂ ਕਰਨ ਚੋਂ ਵੀ ਸਿੱਖਣਗੇ। ਇਸ ਲਈ ਮੈਨੂੰ ਲੱਗਦਾ ਆ ਕਿ ਠੀਕ ਹੈ, ਕੁਛ ਵੀ ਨਾ ਕਰਨ ਨਾਲੋਂ ਕੁਛ ਗਲਤ ਕਰਨਾ ਵੀ ਠੀਕ ਹੈ, ਤਾਂ ਕਿ ਜੇ ਕੋਈ ਕਰੋਗੇ ਤੇ ਗਲਤੀਆਂ ਵੀ ਕਰੋਗੇ, ਘੋੜੇ ਚੜੋਗੇ ਤੇ ਡਿੱਗੋਗੇ ਵੀ, ਮੈਦਾਨੇ ਜੰਗ ਜਾਓਗੇ ਤੇ ਚੋਟਾਂ ਵੀ ਖਾਓਗੇ, ਚਾਰ ਮਾਰੋਗੇ ਵੀ। ਇਸ ਲਈ ਇਹ ਸਭ ਤੋਂ ਇੰਪੋਰਟੈਂਟ ਇਹ ਨਹੀਂ ਹੈ ਕਿ 26 ਨੂੰ ਕੀ ਹੋਇਆ, 27 ਨੂੰ ਕੀ ਹੋਇਆ। ਸਭ ਤੋਂ ਇੰਪੋਰਟੈਂਟ ਇਹ ਗੱਲ ਹੈਗੀ ਹੈ ਕਿ ਇਹ ਨੌਜਵਾਨ ਵੱਡੀ ਪੱਧਰ ਤੇ ਸ਼ਾਮਲ ਹੋ ਰਿਹਾ, ਬਹੁਤ ਕੁਝ ਸਿੱਖ ਰਿਹਾ ਤੇ ਬਹੁਤ ਕੁਝ ਸਮਾਜ ਲਈ ਇਹ ਜ਼ਿੰਮੇਵਾਰੀ ਲੈ ਕੇ ਜਾ ਰਿਹਾ। ਬਠਿੰਡੇ ਵਿੱਚ ਲੱਖਾ ਸਿਧਾਣਾ ਰੈਲੀ ਕਰਦੇ ਨੇ ਔਰ ਉਹਨਾਂ ਦੇ ਉੱਪਰ ਦਿੱਲੀ ਪੁਲਿਸ ਨੇ 1 ਲੱਖ ਰੁਪਏ ਦਾ ਨਾਮ ਰੱਖਿਆ ਹੋਇਆ। ਕਿਵੇਂ ਦੇਖਦੇ ਹੋ ਕਿ ਪੋਲੀਟੀਕਲ ਪੱਖ ਤੋਂ ਕਿਵੇਂ ਦੇਖਦੇ ਹੋ? ਤੁਸੀਂ ਪੋਲੀਟੀਕਲ ਮਾਹਰ ਹੋ। ਦੇਖੋ, ਮੈਂ ਪਿਛਲੇ ਨਟ ਬੋਲਟਸ ਤੇ ਨਹੀਂ ਜਾਣਦਾ ਪਿੱਛੇ ਪਰਦੇ ਦੇ ਪਿੱਛੇ ਕੀ ਸਕੀਮਾਂ ਹੋ ਰਹੀਆਂ ਆ, ਪਰ ਜਿਹੜੀ ਉੱਥੇ ਰੈਲੀ ਹੋਈ ਹੈ ਮਹਿਰਾਜ ਦੇ ਵਿੱਚ, ਕਾਫੀ ਭਾਰੀ ਰੈਲੀ ਸੀ। ਔਰ ਇਹਦਾ ਮਤਲਬ ਇਹ ਹੈ ਕਿ ਪੰਜਾਬ ਦੀ ਪੁਲਿਸ ਦੇ ਘੱਟੋ ਘੱਟ ਉਹਨਾਂ ਨੂੰ ਹੱਥ ਨਹੀਂ ਪਾਉਣਾ ਚਾਹੁੰਦੀ। ਜੇ ਕਿਹਾ ਵੀ ਹੋਊਗਾ ਦਿੱਲੀ ਵਾਲਿਆਂ ਨੇ ਤਾਂ ਨਹੀਂ ਪਾਇਆ ਗਿਆ, ਇਹ ਤਾਂ ਸਾਫ਼ ਦਿਖਦਾ ਹੀ ਹੈ। ਤੇ ਟੂ ਦੈਟ ਐਕਸਟੈਂਟ ਆਪਾਂ ਇਹ ਵੀ ਸਮਝ ਸਕਦੇ ਕਿ ਜਿਹੜੀ ਪੰਜਾਬ ਦੀ ਸਰਕਾਰ ਹੈ, ਕੈਪਟਨ ਸਰਕਾਰ, ਉਹ ਕਿਸੇ ਨਾ ਕਿਸੇ ਤਰੀਕੇ ਨਾਲ ਟੇਢੇ ਢੰਗ ਨਾਲ ਇਸ ਮੂਵਮੈਂਟ ਦੀ ਮਦਦ ਕਰ ਰਹੀ ਹੈ। ਮੈਂ ਇਹ ਨਹੀਂ ਕਹਿ ਰਿਹਾ ਕਿ ਇੰਜ ਮੈਨੂੰ ਨਹੀਂ ਸੋਚਣਾ ਚਾਹੀਦਾ ਕਿ ਸ਼ਾਇਦ ਮੈਂ ਕਾਂਗਰਸ ਦੀ ਕੋਈ ਬੋਲੀ ਬੋਲ ਰਿਹਾ, ਪਰ ਜਿਵੇਂ ਆਪਾਂ ਰੇਲਾਂ ਤੇ ਬੈਠੇ ਸੀ, ਬੜਾ ਦਿੱਲੀ ਵਾਲਿਆਂ ਨੇ ਕੋਸ਼ਿਸ਼ ਕੀਤੀ ਪਰ ਕਿਸੇ ਤੇ ਲਾਠੀ ਚਾਰਜ ਨਹੀਂ ਕੀਤਾ ਗਿਆ। ਤੇ ਇਸ ਕਰਕੇ ਜਿਹੜਾ ਹੁਣ ਇਹ ਗੱਲ ਅਗਲਾ ਥੋੜੇ ਲਾਈਟ ਆ, ਥੋੜੇ ਲਾਈਟ ਆ ਉਸ ਮਸਲੇ ਤੇ। ਹਾਂਜੀ ਦੱਸੋ। ਥੋੜੇ ਲਾਈਟ ਲੱਗਦੀ ਹੈ ਕਾਂਗਰਸ ਸਰਕਾਰ ਉਸ ਮਸਲੇ ਤੇ। ਬਿਲਕੁਲ ਬਿਲਕੁਲ, ਮੇਰਾ ਮਤਲਬ ਉਹਨਾਂ ਦਾ ਤੁਸੀਂ ਇਹ ਅਗਲਾ ਸਵਾਲ ਜ਼ਰੂਰ ਖੜਾ ਕਰ ਸਕਦੇ ਆ ਕਿ ਹੋ ਸਕਦਾ ਹੈ ਕਿ ਬੀਜੇਪੀ ਕਾਂਗਰਸ ਨੂੰ ਇੱਥੇ ਮਜ਼ਬੂਤ ਦੇਖਣਾ ਚਾਹੁੰਦੀ ਹੋਵੇ ਤੇ ਅਕਾਲੀਆਂ ਨੂੰ ਹਰਾਉਣਾ ਚਾਹੁੰਦੀ ਹੋਵੇ। ਤੇ ਰਾਜਨੀਤੀ ਦੀਆਂ ਬੜੀਆਂ ਪਰਤਾਂ ਤੇ ਬੜੀਆਂ ਹੁੰਦੀਆਂ, ਕਹਿਣਾ ਧੀ ਨੂੰ ਸਮਝਾਉਣਾ ਨੂੰਹ ਨੂੰ, ਤੇ ਇਸ ਕਰਕੇ ਮੈਂ ਉਹਨਾਂ ਗੱਲਾਂ 'ਚ ਨਹੀਂ ਜਾਂਦਾ। ਪਰ ਇੱਕ ਗੱਲ ਦੀ ਅਸੀਂ ਵਧਾਈ ਦਿੰਦੇ ਹਾਂ ਕਿ ਉਹ ਤਕੜੀ ਰੈਲੀ ਹੋਈ ਔਰ ਉਹਨੇ ਬੁਲੰਦੀ ਨਾਲ ਕੀਤੀ। ਔਰ ਮੇਰਾ ਖਿਆਲ ਹੈ ਕਿ ਇਹੋ ਜਿਹੇ ਜਿਹੜੇ ਫਾਲਤੂ ਕੇਸ ਸਾਰਿਆਂ ਤੇ ਬਣਾਈ ਜਾਂਦੇ ਆ, ਉਹਦਾ ਕੋਈ ਆਧਾਰ ਨਹੀਂ ਹੈ। ਲਾਲ ਕਿਲ੍ਹਾ ਕਿਤੇ ਹੈਗਾ ਪਾਕਿਸਤਾਨ ਦਾ ਹੈ, ਲਾਲ ਕਿਲ੍ਹਾ ਸਾਡਾ ਹੀ ਹੈ। ਤੇ ਜੇ ਉੱਥੇ ਚਲੇ ਗਏ ਤੇ ਕਿਹੜਾ ਏਡਾ ਲੋੜਾ ਆ ਗਿਆ? ਕੋਈ ਜਾ ਕੇ ਜੇ ਕੋਈ ਕਿਸੇ ਨੇ 19 ਕੀ ਕੀਤੀ ਆ, ਛੋਟੇ ਛੋਟੇ ਕਾਨੂੰਨ ਉਹਨਾਂ ਦੇ ਛੋਟੀਆਂ ਛੋਟੀਆਂ ਧਾਰਾ ਲੱਗਦੀਆਂ, ਜ਼ਮਾਨਤ ਹੋ ਜਾਂਦੀ ਆ, ਕੰਮ ਹੁੰਦੇ ਆ, ਗਾਂ ਤੋਂ ਸਿੱਖ ਜਾਣਗੇ ਲੋਕ। ਇੱਥੇ ਰੋਜ਼ ਇੰਨਾ ਕੁਝ ਢਾਇਆ ਭੰਨਿਆ ਤੋੜਿਆ ਜਾਂਦਾ ਸਰਕਾਰ ਵੱਲੋਂ। ਸਾਰੇ ਦੇ ਸਾਰੇ ਦੇਸ਼ ਦਾ ਪਬਲਿਕ ਸੈਕਟਰ ਵੇਚੀ ਜਾਂਦੇ ਪ੍ਰਾਈਵੇਟਾਂ ਨੂੰ, ਉਹ ਕਿਵੇਂ ਇਸਤੇਮਾਲ ਕਰਨਗੇ ਕੀ ਨਹੀਂ। ਲਾਲ ਕਿਲ੍ਹਾ ਵੀ ਡਾਲਮੀਆਂ ਨੂੰ ਬਿਲਕੁਲ ਸਮਝ ਗਏ ਤੁਸੀਂ, ਮੇਰੇ ਵਾਲੀ ਗੱਲ ਹੀ ਕਹਿ ਦਿੱਤੀ। ਜਦ ਇਹ ਸਾਰਾ ਕਰੀ ਜਾਂਦੇ ਆ, ਉਹਨੂੰ ਤੋੜਨਗੇ ਭੰਨਣਗੇ, ਕਿਤੇ ਹੋਟਲ ਬਣਾਉਂਦੇ, ਕਿਤੇ ਰੈਸਟੋਰੈਂਟ ਬਣਾਉਂਦੇ, ਸਾਡੀ ਜਿਹੜੀ ਹੈਰੀਟੇਜ ਬਿਲਡਿੰਗ ਆ। ਤੇ ਜੇ ਇਹਨਾਂ ਨੇ ਉੱਥੇ ਕੁਛ ਉੱਥੇ ਚਲੇ ਗਏ ਤੇ ਕੋਈ ਏਡਾ ਲੋੜਾ ਨਹੀਂ ਹੈ, ਉਹ ਸਾਰੇ ਛੁੱਟ ਜਾਣੇ ਆ, ਕੁਛ ਨਹੀਂ ਹੋਣਾ। ਪਰ ਸਰਕਾਰ ਡਰਾਉਣਾ ਚਾਹੁੰਦੀ ਸੀ, ਪਰ ਕੋਈ ਵੀ ਨੌਜਵਾਨ ਡਰੇ ਨਹੀਂ। ਅੱਜ ਖਾਸ ਤੌਰ ਤੇ 26 ਜਨਵਰੀ ਨੂੰ ਸੀ ਔਰ ਅੱਜ 1 ਮਹੀਨਾ ਬਾਅਦ 26 ਫਰਵਰੀ ਨੂੰ ਨੌਜਵਾਨ ਕਿਸਾਨ ਦਿਵਸ ਮਨਾਇਆ ਜਾ ਰਿਹਾ। ਖਾਸ ਮਕਸਦ ਕੀ ਹੈ? ਨਹੀਂ, ਉਹ ਤੇ ਡੇਟ ਮੇਰਾ ਖਿਆਲ ਵੈਸੇ ਇੱਕ ਕੋਇਨਸੀਡੈਂਸ ਆ, ਇਹ ਇਤਫਾਕ ਹੀ ਹੈ ਕਿ ਅੱਜ ਵੀ 26 ਤਰੀਕ ਹੈਗੀ ਆ। ਤਾਂ ਮੇਰਾ ਖਿਆਲ ਉਹਦੇ ਤੋਂ ਚਲੋ ਇਹ ਵੀ ਇੱਕ ਤੁਹਾਡੇ ਨਾਲ ਜੇ ਜੋੜ ਕੇ ਵੀ ਦੇਖੀਏ ਕਿ ਪਿਛਲੀ 26 ਨਾਲੋਂ ਅੱਜ ਦੀ 26 ਦਾ ਕੀ ਫਰਕ ਆ। ਉਦਣੇ ਲਾਲ ਕਿਲ੍ਹੇ ਲਈ ਰੱਸੇ ਤੜਾ ਰਹੇ ਸੀ ਤੇ ਅੱਜ ਬੈਠੇ ਲੀਡਰਾਂ ਵਾਂਗੂ ਦੇਖੋ ਕਿੰਨਾ ਸੋਹਣਾ ਭਾਸ਼ਣ ਦੇ ਰਿਹਾ। ਔਰ ਆਪਣੀ ਪਹਿਲਾਂ ਨਾਲੋਂ ਮੈਂ ਸਮਝਦਾ 1 ਮਹੀਨੇ 'ਚ ਇਹ ਕੋਰਸ ਜਿਹੜਾ ਇਹਨਾਂ ਨੇ ਲਾਇਆ
ਉਹਦਾ ਅਸਰ ਇਹ ਹੈ ਕਿ ਹੁਣ ਇਹ ਉਸ ਦੇ ਨਾਲੋਂ ਉਨੀਆਂ ਤੱਤੀਆਂ ਗੱਲਾਂ ਨਾ ਕਰਕੇ ਆਪਣੀ ਜ਼ਿੰਮੇਵਾਰੀ ਦਾ ਪਹਿਲਾਂ ਨਾਲੋਂ ਜ਼ਿਆਦਾ ਅਹਿਸਾਸ ਕਰ ਰਹੇ। ਮੇਰਾ ਆਖਰੀ ਸਵਾਲ ਹੈ, ਤੁਹਾਨੂੰ ਲੱਗਦਾ ਹੈ ਕਿ ਪੰਜਾਬ ਦੀ ਲੀਡਰਸ਼ਿਪ ਜੋ ਕਿਸਾਨੀ ਲੀਡਰਸ਼ਿਪ ਸੀ ਉਹਨੂੰ ਸਾਈਡਲਾਈਨ ਕੀਤਾ ਜਾ ਰਿਹਾ ਹੈ? ਨਹੀਂ ਉਹ ਮੇਰਾ ਖਿਆਲ ਹੈ ਇੱਕ ਐਵੇਂ ਅਸੀਂ ਜਾਣ ਕਿ ਗੱਲਾਂ ਕਿਤੇ ਨਾ ਕਿਤੇ ਚੱਲਦੀਆਂ, ਗੱਲਾਂ ਚੱਲਦੀਆਂ ਚੱਲਣ ਦਿਓ। ਜਦ ਟਕੈਤ ਰਕੇਸ਼ ਟਕੈਤ ਖੁਦ ਕਹਿ ਰਿਹਾ ਕਿ ਫੈਸਲੇ ਜਿਹੜੇ ਸਾਰੇ ਸੰਯੁਕਤ ਕਿਸਾਨ ਮੋਰਚੇ ਚੋਂ ਹੋਣਗੇ ਆਪਾਂ ਉਹਨੂੰ ਮੰਨਾਂਗੇ, ਜਦੋਂ ਖੁਦ ਉਹ ਕਹਿ ਰਿਹਾ ਕਿ ਜੋ ਸਿੰਘੂ ਬਾਰਡਰ ਵਾਲੀ ਲੀਡਰਸ਼ਿਪ ਆ ਉਹੀ ਮੇਰੇ ਲੀਡਰ ਹੈਗੇ ਆ, ਫਿਰ ਆਪਾਂ ਵਾਧੂ ਕਿਆਸ ਰਾਈਆਂ ਕਿਉਂ ਲਾਉਣੀਆਂ? ਵਾਧੂ ਅਸੀਂ ਐਵੇਂ ਪਤੰਗਾਂ ਉਡਾਈ ਜਾਈਏ ਕਿ ਆਹ ਹੋ ਗਿਆ ਜਾਂ ਹੈ ਨਾ, ਉਹਦਾ ਕੋਈ ਮਤਲਬ ਨਹੀਂ ਹੈਗਾ। ਮੇਰਾ ਖਿਆਲ ਹੈ ਕਿ ਸਾਰਿਆਂ ਦੀ ਅਹਿਮ ਭੂਮਿਕਾ, ਕੋਈ ਪਹਿਲਾਂ ਗਏ ਕੋਈ ਬਾਅਦ ਚ ਗਏ, ਪਰ ਅਜੇ ਵੀ ਕਲੈਕਟਿਵ ਲੀਡਰਸ਼ਿਪ ਆ। ਔਰ ਜੇ ਕੋਈ ਇੰਡੀਵਿਜੂਅਲ ਇੱਧਰ ਉੱਧਰ ਦਾ 19-21 ਬਿਆਨ ਦਿੰਦਾ ਵੀ ਉਹਨੂੰ ਇੰਡੀਵਿਜੂਅਲ ਯੂਨੀਅਨ ਦਾ ਬਿਆਨ ਲੈਣਾ ਚਾਹੀਦਾ, ਉਹਨੂੰ ਕਲੈਕਟਿਵ ਸੰਯੁਕਤ ਕਿਸਾਨ ਮੋਰਚੇ ਦਾ ਬਿਆਨ ਨਹੀਂ ਲੈਣਾ ਚਾਹੀਦਾ ਜਦ ਤੱਕ ਉਹਨਾਂ ਵੱਲੋਂ ਸਾਂਝਾ ਬਿਆਨ ਆਪ ਨਹੀਂ ਆਉਂਦਾ। ਸੋ ਬਹੁਤ ਬਹੁਤ ਧੰਨਵਾਦ ਸਰ। ਗੱਲਬਾਤ ਅਸੀਂ ਕਰ ਰਹੇ ਸੀ ਸੈਕਟਰ 17 ਦੇ ਵਿੱਚ, ਚੰਡੀਗੜ੍ਹ ਸੈਕਟਰ 17 ਦੇ ਵਿੱਚ ਜਿਹੜਾ ਹੈਗਾ ਨੌਜਵਾਨ ਕਿਸਾਨ ਦਿਵਸ ਜਿਹੜਾ ਹੈ ਮਨਾਇਆ ਗਿਆ ਹੈ। ਔਰ ਲਗਾਤਾਰ ਜੋ ਇੱਕ ਨੌਜਵਾਨਾਂ ਦੀ ਸ਼ਮੂਲੀਅਤ ਦੀ ਗੱਲ ਕਿਤੇ ਨਾ ਕਿਤੇ ਸਾਹਮਣੇ ਆਉਂਦੀ ਹੈ ਕਿ ਨੌਜਵਾਨ ਕਿੰਨਾ ਵੱਡਾ ਰੋਲ ਨਿਭਾ ਰਿਹਾ ਇਸ ਪੂਰੇ ਸੰਘਰਸ਼ ਦੇ ਵਿੱਚ, ਜੋ ਕਿਸਾਨਾਂ ਦਾ ਸੰਘਰਸ਼ ਪਿਛਲੇ ਕਰੀਬਨ 6-7 ਮਹੀਨਿਆਂ ਤੋਂ ਵਿੱਢਿਆ ਹੋਇਆ ਹੈ। ਬਾਰਡਰ ਤੇ ਬੈਠੇ ਨੇ ਕਿਸਾਨ। ਸੋ ਉਸ ਦੇ ਤਹਿਤ ਅੱਜ ਨੌਜਵਾਨ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਨੌਜਵਾਨਾਂ ਦੇ ਉੱਪਰ ਵੀ ਕਿਤੇ ਨਾ ਕਿਤੇ ਗੱਲਾਂ ਆਈਆਂ ਕਿ ਜਦੋਂ 26 ਤਰੀਕ ਦਾ ਘਟਨਾਕ੍ਰਮ ਵਾਪਰਿਆ ਕਿ ਜੋ ਨੌਜਵਾਨ ਨੇ ਉਹ ਕਿਤੇ ਨਾ ਕਿਤੇ ਜੋਸ਼ ਦੇ ਵਿੱਚ ਨੇ ਜਿਹੜੇ ਉਹ ਭਟਕ ਜਾਂਦੇ ਨੇ, ਪਰ ਨੌਜਵਾਨਾਂ ਦਾ ਬਾਰ-ਬਾਰ ਇਹੀ ਗੱਲ ਕਹਿਣੀ ਹੈ ਕਿ ਨਹੀਂ, ਅਸੀਂ ਹੋਸ਼ ਦੇ ਵਿੱਚ ਜਗਾਵਾਂਗੇ, ਆਪਣਾ ਪੰਜਾਬ ਬਚਾਵਾਂਗੇ। ਦੂਜਾ ਨਾਰਾ ਲਾਵਾਂਗੇ, ਜਾਗਾਂਗੇ ਜਗਾਵਾਂਗੇ, ਆਪਣਾ ਦੇਸ਼ ਬਚਾਵਾਂਗੇ। ਜਾਗਾਂਗੇ ਜਗਾਵਾਂਗੇ, ਆਪਣਾ ਪੰਜਾਬ ਬਚਾਵਾਂਗੇ। ਜਾਗਾਂਗੇ ਜਗਾਵਾਂਗੇ, ਆਪਣਾ ਦੇਸ਼ ਬਚਾਵਾਂਗੇ। ਅੱਜ ਜਿਹੜੀ ਲੜਾਈ ਲੜ ਰਹੇ ਹਾਂ ਨਾ ਆਪਾਂ, ਇਹ ਦੇਸ਼ ਬਚਾਉਣ ਦੀ ਲੜਾਈ ਹੈ। ਉਹ ਦੇਸ਼ ਮਾਰਿਆ ਕਿੰਨੇ ਹੈ? ਜਿਹੜੇ ਸਾਨੂੰ ਉਹ ਆਗੂ ਮਿਲੇ ਜਿਹੜੇ ਦੇਸ਼ ਨੂੰ ਬਚਾਉਣ ਵਾਸਤੇ ਨਹੀਂ ਆਏ, ਦੇਸ਼ ਨੂੰ ਖਾਣ ਵਾਸਤੇ ਆਏ ਨੇ। 47 ਤੋਂ ਲੈ ਕੇ ਅੱਜ ਤੱਕ ਭਾਰਤ ਹੈ ਜੇ ਉਹਨਾਂ ਆਗੂਆਂ ਦੀ ਤਲਾਸ਼ ਕਰ ਰਿਹਾ ਹੈ ਜਿਹੜਾ ਭਾਰਤ ਦੇ ਲੋਕਤੰਤਰ ਨੂੰ ਬਚਾਉਣ ਦੇ ਲਈ ਅਕਲ ਰੱਖਦੇ ਹੋਣ, ਸਿਆਣਪ ਰੱਖਦੇ ਹੋਣ, ਜਿਨ੍ਹਾਂ ਦੇ ਲਈ ਵਪਾਰੀ, ਕਿਸਾਨ, ਮਜ਼ਦੂਰ, ਹਰ ਵਰਗ ਜਿਹੜਾ ਹੈ ਉਹ ਭਾਰਤ ਦਾ ਸਤਿਕਾਰਤ ਸ਼ਹਿਰੀ ਦਿਖਾਈ ਦੇਵੇ ਤੇ ਹਰ ਇੱਕ ਦੇ ਹੱਕ ਦੀ ਰਾਖੀ ਕਰਨ ਦੇ ਲਈ ਉਹ ਸਾਡੇ ਦੇ ਸਾਹਮਣੇ ਬਿਲਕੁਲ ਇਮਾਨਦਾਰੀ ਨਾਲ ਕੰਮ ਕਰਨ। ਆ ਜਿਹੜਾ ਅੰਦੋਲਨ ਪੈਦਾ ਹੋਇਆ, ਇਹ ਕਿਉਂ ਪੈਦਾ ਹੋਇਆ? ਇਹਦੇ ਮਗਰ ਕੀ ਕਾਰਨ ਹੈ ਕਿ ਇੱਕੋ ਦਿਨ ਪੈਦਾ ਹੋ ਗਏ? ਇਹ ਬਹੁਤ ਕੁਝ ਤੁਸੀਂ ਪੜ੍ਹਿਆ ਲਿਖਿਆ ਵਰਗ ਇੱਥੇ ਖਲੋਤੇ ਜੇ। ਅੱਜ ਸਾਨੂੰ ਜਿਹੜੀ ਵਕਤੀ ਲੜਾਈ ਦੇ ਨਾਲ ਇਸ ਅੰਦੋਲਨ ਦੇ ਕਾਰਨਾਂ ਨੂੰ ਤਲਾਸ਼ ਕਰਨਾ ਪਏਗਾ ਕਿ ਉਹਨਾਂ ਕਾਰਨਾਂ ਨੂੰ ਲੱਭਣ ਦੇ ਲਈ, ਲੱਭ ਕੇ ਉਹਨਾਂ ਦੇ ਸਦੀਵੀ ਹੱਲ ਕਰਨ ਦੇ ਲਈ ਅੱਜ ਸਾਨੂੰ ਆਪਣੀ ਤਾਕਤ ਲਾਉਣ ਦੀ ਲੋੜ ਹੈ। ਇਹ ਮੈਂ ਦੇਖ ਰਿਹਾ ਸੀ, ਬੜੇ ਪਿਆਰੇ ਵਿਚਾਰ ਤੁਸੀਂ ਇੱਥੇ ਦੇ ਰਹੇ ਹੋ। ਅੱਜ ਸਾਡੇ ਸਾਹਮਣੇ ਨੌਜਵਾਨ ਹਮੇਸ਼ਾ ਦੇਸ਼ ਦੇ ਵਰਤਮਾਨ ਰੀੜ੍ਹ ਦੀ ਹੱਡੀ ਹੋਇਆ ਕਰਦਾ ਹੈ, ਬਜ਼ੁਰਗ ਇੱਕ ਤਜਰਬੇ ਦਾ ਪ੍ਰਤੀਕ ਹੋਇਆ ਕਰਦੇ ਨੇ। ਇਹਨਾਂ ਦੋਵਾਂ ਦਾ ਸੁਮੇਲ ਜਿਹੜਾ ਹੈ ਸਾਨੂੰ ਆਪਣੇ ਆਪ ਦੇ ਵਿੱਚ ਨਾਲ ਲੈ ਕੇ ਤੁਰਨ ਦਾ, ਇੱਕ ਜਿਹੜੀ ਲਿਆਕਤ, ਜਿਹੜੀ ਦੂਰ ਅੰਦੇਸ਼ੀ ਹੈ, ਅੱਜ ਉਹ ਦੇਸ਼ ਦੇ ਅੰਦਰ ਸਾਨੂੰ ਮੁੜ ਖੜੀ ਕਰਨ ਦੀ ਲੋੜ ਹੈ। ਤੇ ਜਦੋਂ ਇਹ ਖੜੀ ਹੋ ਜਾਏਗੀ ਤੇ ਦੁਨੀਆ ਦੀ ਕੋਈ ਤਾਕਤ ਜਿਹੜੀ ਹੈ ਨਾ, ਉਹ ਸਾਨੂੰ ਨਾ ਝੁਕਾ ਸਕੀਏ, ਨਾ ਝੁਕਾ ਸਕੇਗੀ। ਅੱਜ ਵੀ ਆਪਾਂ ਜਿਹੜੀ ਲੜਾਈ ਲੜਦੇ ਪਏ ਆ, ਲੜਾਈ ਕੀ ਹੈ? ਇੱਕ ਪਾਸੇ ਸਾਡੇ ਦੇਸ਼ ਦੇ ਅੰਦਰ ਇੱਕ ਮੁਹਾਵਰਾ ਦਿੱਤਾ ਗਿਆ 7 ਸਾਲਾਂ ਦੇ ਵਿੱਚ, ਮੋਦੀ ਹੈ ਤਾਂ ਮੁਮਕਿਨ ਹੈ। ਇਹਨਾਂ ਇੱਕ ਮੁਹਾਵਰਾ ਦਿੱਤਾ, ਮੋਦੀ ਹੈ ਤਾਂ ਮੁਮਕਿਨ ਹੈ, ਪਰ ਪੰਜਾਬੀਆਂ ਨੂੰ ਇਹ ਮੁਹਾਵਰਾ ਚੰਗਾ ਨਹੀਂ ਲੱਗਦਾ। ਇਹਨਾਂ 14 ਵਿੱਚ ਵੀ ਮੁਮਕਿਨ ਨਹੀਂ ਹੋਣ ਦਿੱਤਾ, ਇਹਨਾਂ 19 ਵਿੱਚ ਵੀ ਮੁਮਕਿਨ ਨਹੀਂ ਹੋਣ ਦਿੱਤਾ, ਇਹਨਾਂ 24 ਵਿੱਚ ਵੀ ਮੁਮਕਿਨ ਨਹੀਂ ਹੋਣ ਦੇਣਾ। ਉਹ ਪੰਜਾਬੀ ਜਿਹੜਾ ਹੈ ਨਾ, ਇਹ ਕਿਸੇ ਦੀ ਟੈ ਨਹੀਂ ਮੰਨਦਾ। ਪੰਜਾਬ ਦੀ ਧਰਤੀ ਦੀ ਤਸੀਰ ਹੈ, ਇੱਥੇ ਅਣਖ ਹੈ, ਇੱਥੇ ਸਵੈਮਾਨ ਹੈ, ਇੱਥੇ ਗੈਰਤ ਹੈ, ਇੱਥੇ ਜੁਰਤ ਹੈ, ਇੱਥੇ ਹੌਸਲਾ ਹੈ, ਇੱਥੇ ਹਰ ਵੱਡੀ ਤੋਂ ਵੱਡੀ ਮੁਹਿੰਮ ਦਾ ਮੁਕਾਬਲਾ ਕਰਨ ਦੀ ਤਾਕਤ ਹੈ। ਇਸੇ ਲਈ ਇਸ ਅੰਦੋਲਨ ਨੂੰ ਪੰਜਾਬ ਤੇ ਕੇਂਦਰਿਤ ਕਰਕੇ ਪੰਜਾਬ ਦੇ ਭਾਰਤ ਦੀਆਂ ਏਜੰਸੀਆਂ ਵੀ ਦੇਖ ਰਹੀਆਂ ਨੇ, ਦੇਸ਼ ਦੇ ਹਾਕਮ ਵੀ ਦੇਖ ਰਹੇ ਨੇ, ਉਹ ਇੱਕੋ ਤਾਕਤ ਲਾਈ ਬੈਠੇ ਨੇ, ਪੰਜਾਬੀਆਂ ਨੂੰ ਖਦੇੜ ਦਿਓ, ਪੰਜਾਬੀਆਂ ਨੂੰ ਤੋੜ ਦਿਓ, ਪੰਜਾਬੀ ਨੂੰ ਲੜਾ ਦਿਓ, ਪੰਜਾਬੀ ਨੌਜਵਾਨ ਤੇ ਬਜ਼ੁਰਗਾਂ 'ਚ ਪਾੜਾ ਪਾ ਦਿਓ, ਤਾਂ ਕਿ ਜਿੰਨੀ ਛੇਤੀ ਪੰਜਾਬੀ ਟੁੱਟ ਜਾਣਗੇ ਅੰਦੋਲਨ ਮਰ ਜਾਏਗਾ। ਇਸ ਕਰਕੇ ਜਦੋਂ ਬੰਦੇ ਸਾਹ ਜਿਹੜਾ ਹੈ ਉਹ ਪੰਜਾਬ ਦੀ ਧਰਤੀ ਤੋਂ ਗਈ ਹੋਈ ਆਤਮਾ ਸਾਡੀ ਪੰਜਾਬ ਵਿੱਚ ਅੰਦੋਲਨ ਦੀ,
ਇਸ ਲਈ ਆ ਸਾਨੂੰ ਪਛਾਣਨਾ ਪਏਗਾ। ਅੱਜ ਸਾਨੂੰ ਮੁੜ ਆਪਣੇ ਅੰਦਰ ਲਿਆਕਤ ਦਾ ਪ੍ਰਮਾਣ ਦੇਣ ਦੇ ਲਈ ਅੱਗੇ ਆਉਣ ਦੀ ਜ਼ਰੂਰਤ ਹੈ। ਅਸੀਂ ਦੁਸ਼ਮਣ ਦੀਆਂ ਚਾਲਾਂ ਵਿੱਚ ਨਹੀਂ ਫਸਣਾ। ਉਹ ਸਾਨੂੰ ਚਾਹੇਗਾ ਕਿ ਅਸੀਂ ਉਲਝ ਜਾਈਏ। ਉਹ ਅੰਦੋਲਨ ਨੂੰ ਉਲਝਾਉਣਾ ਚਾਹੁੰਦਾ ਹੈ, ਲਮਕਾਉਣਾ ਚਾਹੁੰਦਾ ਹੈ, ਉਹ ਸਾਨੂੰ ਹਸਾਉਣਾ ਚਾਹੁੰਦਾ ਹੈ ਕਿ ਅਸੀਂ ਹੁੱਸ ਜਾਈਏ। ਜਿਵੇਂ ਆਪਾਂ ਦੇਖਦੇ ਹਾਂ ਕੋਈ ਝੋਟਾ ਬਹੁਤਾ ਵਗਦਾ ਜਾਂਦਾ ਹੈ, ਥੱਕ ਜਾਂਦਾ ਹੈ, ਕਈ ਵਾਰ ਉਠਾਉਣ ਦੇ ਲਈ ਬਲ ਲਾਉਣਾ ਪੈਂਦਾ ਹੈ। ਇਸ ਲਈ ਉਹ ਅੰਦੋਲਨਕਾਰੀਆਂ ਨੂੰ ਕੀ ਕੁਝ ਕਹਿ ਰਹੇ ਨੇ, ਕੀ ਕੁਝ ਬੋਲ ਰਹੇ ਨੇ, ਅੱਜ ਆਪਾਂ ਸਾਰਾ ਕੁਝ ਸੁਣ ਰਹੇ ਹਾਂ। ਪਰ ਇਹ ਗੱਲ ਸਾਡੇ ਲਈ ਖੁਸ਼ੀ ਦੀ ਗੱਲ ਹੈ, ਜੋ ਕਹਿ ਰਹੇ ਨੇ ਉਹ ਸਾਡੇ ਲਈ ਇੱਕ ਰੂਹ ਬਣ ਕੇ ਤਾਕਤ ਦਾ ਕੰਮ ਕਰ ਰਹੀ ਹੈ। ਉਹਨਾਂ ਸਾਨੂੰ ਅੰਦੋਲਨ ਜੀਵੀ ਕਿਹਾ। ਉਸ ਦਿਨ ਤੋਂ ਬਾਅਦ ਅੰਦੋਲਨ ਕਮਜ਼ੋਰ ਨਹੀਂ ਹੋਇਆ। ਅਸੀਂ ਮੰਨ ਲਿਆ ਅਸੀਂ ਅੰਦੋਲਨ ਜੀਵੀ ਹਾਂ। ਇਸ ਲਈ ਉਹਨਾਂ ਸਾਨੂੰ ਪਰਜੀਵੀ ਕਹਿ ਕੇ ਕੀੜੇ ਮਕੌੜੇ ਬਣਾਉਣ ਦਾ ਯਤਨ ਕੀਤਾ। ਅਸੀਂ ਉਲਟਾ ਉਹਨਾਂ ਤੇ ਵਾਰ ਕਰਨਾ ਸ਼ੁਰੂ ਕਰ ਦਿੱਤਾ ਕਿ ਜੇ ਅਸੀਂ ਪਰਜੀਵੀ ਹਾਂ ਤੇ ਤੁਸੀਂ ਵੀ ਪਰਜੀਵੀ ਹੋ। ਇਹ ਤੋਂ ਵੱਧ ਤੁਹਾਡੀ ਔਕਾਤ ਵੀ ਕੋਈ ਨਹੀਂ ਹੈ। ਅਸੀਂ ਤੇ ਪਰਜੀਵੀ ਨਹੀਂ ਹਾਂ, ਅਸੀਂ ਤੇ ਅੰਦੋਲਨ ਜੀਵੀ ਹਾਂ, ਸੰਘਰਸ਼ਵਾਦੀ ਹਾਂ। ਸਾਡੀ ਰਗਾਂ ਵਿੱਚ ਸੰਘਰਸ਼ ਹੈ, ਸਾਡੀ ਸੋਚ ਵਿੱਚ ਸੰਘਰਸ਼ ਹੈ, ਸਾਡੀ ਕਲਮ ਵਿੱਚ ਸੰਘਰਸ਼ ਹੈ। ਇਸ ਲਈ ਅੱਜ ਆਓ ਇਸ ਅੰਦੋਲਨ ਨੂੰ ਬਲ ਦੇਣ ਦੇ ਲਈ ਭਾਰਤ ਦੇ ਹਰ ਇੱਕ ਵਾਸੀ ਨੂੰ ਅੱਗੇ ਆ ਕੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨ ਦੀ ਲੋੜ ਹੈ। ਅਸੀਂ ਕਿਸਾਨ ਆਗੂਆਂ ਦੇ ਜਥੇਬੰਦੀਆਂ ਨੂੰ ਬੜੇ ਸਤਿਕਾਰ ਸਹਿਤ ਬੇਨਤੀ ਕਰਦੇ ਆ ਕਿ ਅੱਜ ਆਪਣੀ ਜਿਹੜੀ ਸੋਚ ਹੈ ਗਦਰੀ ਬਾਬਿਆਂ ਵਰਗੀ ਬਣਾਓ। ਇੱਕ ਪਾਸੇ ਉਹਨਾਂ ਬਾਬਿਆਂ ਦੇ ਵਿੱਚ ਬਾਬਾ ਗੁਰਦਿੱਤ ਸਿੰਘ ਜੀ, ਬਾਬਾ ਸੋਹਣ ਸਿੰਘ ਜੀ ਵਰਗੇ ਬੰਦੇ ਨੇ ਤੇ ਉਸੇ ਉਹਨਾਂ ਬਜ਼ੁਰਗਾਂ ਦੇ ਨਾਲ 14 ਸਾਲ ਦਾ ਸਰਦਾਰ ਕਰਤਾਰ ਸਿੰਘ ਸਰਾਭਾ ਹੈ ਤੇ ਉਹ ਸਰਾਭੇ ਤੇ ਵਿਸ਼ਵਾਸ ਕਰਦੇ ਨੇ, ਆਪਣਾ ਆਗੂ ਮੰਨਦੇ ਨੇ ਤੇ ਸਰਾਭਾ ਆਪਣੀ ਜ਼ਿੰਦਗੀ ਦਾ ਭਵਿੱਖ ਜਿਹੜਾ ਹੈ ਉਹ ਛੱਡ ਕੇ ਦੇਸ਼ ਦੀ ਆਜ਼ਾਦੀ ਲਈ, ਹੱਕਾਂ ਦੀ ਆਜ਼ਾਦੀ ਲਈ ਅੱਗੇ ਆ ਕੇ ਆਪਣੇ ਆਪ ਨੂੰ ਦੇਸ਼ ਦੇ ਖਾਤਰ, ਆਜ਼ਾਦੀ ਦੇ ਖਾਤਰ ਕਿੱਥੋਂ ਤੱਕ ਚਲਾ ਜਾਂਦਾ ਹੈ। ਇਹ ਸਾਡਾ ਇਤਿਹਾਸ ਹੈ। ਸੋ ਆਓ ਅੱਜ ਜ਼ਰੂਰਤ ਹੈ ਕਿ ਨੌਜਵਾਨੀ ਇਹ ਮਰਾਉਣ ਵਾਸਤੇ ਨਹੀਂ ਹੁੰਦੇ, ਨੌਜਵਾਨੀ ਬਚਾਉਣੀ ਆਪਾਂ। ਇਹਨਾਂ ਕੋਲ ਵਿਦਿਆ ਚਾਹੀਦੀ ਹੈ। ਇਹ ਦੇਸ਼ ਦਾ ਲੋਕਤੰਤਰ ਬਚਾਉਣ ਲਈ, ਦੇਸ਼ ਦਾ ਭਵਿੱਖ ਬਚਾਉਣ ਦੇ ਲਈ, ਇਹਨਾਂ ਲੋਟੂ ਟੋਲਿਆਂ ਕੋ ਦੇਸ਼ ਨੂੰ ਬਚਾਉਣ ਦੇ ਲਈ ਆਪਣੀ ਤਿਆਰੀ ਕਰਨ, ਆਪਣੇ ਅੰਦਰੋਂ ਹਿੰਮਤ ਹੌਸਲਾ ਪੈਦਾ ਕਰਨ ਕਿ ਅਸੀਂ ਇਹਨਾਂ ਨੂੰ ਉੱਥੇ ਰਗੜਾ ਦੇਣਾ ਜਿੱਥੇ ਇਹਨਾਂ ਨੇ ਸਾਨੂੰ ਅੱਜ ਕਾਲੇ ਕਾਨੂੰਨ ਬਣਾ ਕੇ ਰਗੜਨ ਦੀ ਕੋਸ਼ਿਸ਼ ਕੀਤੀ ਹੈ। ਸੋ ਆਓ ਆਪਾਂ ਹਿੰਮਤ ਮਾਰੀਏ। ਆਪਾਂ ਸਾਰੇ ਰਲ ਕੇ ਯਤਨ ਕਰ ਰਹੇ ਹਾਂ। ਅਸੀਂ 92 ਦਿਨ ਲਾ ਕੇ ਪੂਰਾ ਪੰਜਾਬ ਘੁੰਮੇ ਹਾਂ। ਪੰਜਾਬ ਦੇ ਪਿੰਡਾਂ ਨੂੰ ਜਾ ਕੇ ਦੇਖੇ, ਪੰਜਾਬ ਦੇ ਕਸਬੇ ਦੇਖੇ ਨੇ, ਪੰਜਾਬ ਦੇ ਸ਼ਹਿਰ ਦੇਖੇ ਨੇ, ਸਿੰਘੂ ਬਾਰਡਰ, ਟਿਕਰੀ ਬਾਰਡਰ ਦੇਖਿਆ ਹੈ। ਅਸੀਂ ਕੱਲ ਨੂੰ ਫਿਰ ਜਾ ਰਹੇ ਉੱਥੇ ਹੀ। ਅੱਜ ਜ਼ਰੂਰਤ ਹੈ, ਅੱਜ ਨੌਜਵਾਨੀ ਨੂੰ ਮੁਬਾਰਕਬਾਦ ਦਿੰਦੇ ਹਾਂ। ਤੁਸੀਂ ਅੱਜ ਬਹੁਤ ਚੰਗਾ ਕੰਮ ਕੀਤਾ ਹੈ। ਅੱਗੇ ਵੀ ਇਕੱਠੇ ਹੁੰਦੇ ਹੋ, ਅੱਜ ਨੌਜਵਾਨ ਇੱਥੇ ਆਏ ਨੇ। ਅਸੀਂ ਨੌਜਵਾਨ, ਸਾਡੇ ਬੱਚੇ ਨੇ, ਜਿਸ ਤਰ੍ਹਾਂ ਦੀ ਸਾਡੇ ਕੋਲ ਸਹਿਯੋਗ ਹੋ ਸਕੇਗਾ ਅਸੀਂ ਨੌਜਵਾਨੀ ਲਈ ਦਿਨੇ ਵੀ ਹਾਜ਼ਰ ਹਾਂ, ਰਾਤ ਵੀ ਹਾਜ਼ਰ ਹਾਂ। ਇਹਨਾਂ ਲਈ ਅਰਦਾਸ ਵੀ ਹੈ ਕਿ ਸਾਡੀ ਨੌਜਵਾਨੀ ਉਸ ਬੁਲੰਦੀ ਤੇ ਜਾ ਕੇ ਕੰਮ ਕਰੇ ਜਿੱਥੇ ਅੱਜ ਵਕਤ ਦੀ ਲੋੜ ਸਾਡੇ ਕੋਲ ਮੰਗ ਕਰ ਰਹੀ ਹੈ ਕਿ ਆਉਣ ਵਾਲਾ ਸਮਾਂ ਅਗਵਾਈ ਦਾ, ਭਾਵੇਂ ਪੰਜਾਬ ਹੈ ਭਾਵੇਂ ਦੇਸ਼ ਹੈ, ਰਾਜਨੀਤਿਕ ਖੇਤਰ ਦੇ ਅੰਦਰ ਨੌਜਵਾਨ ਆਗੂ ਬਣ ਕੇ ਦੂਰ ਅੰਦੇਸ਼ੀ ਨਾਲ ਦੇਸ਼ ਦੇ ਸਾਰੇ ਹਾਲਾਤ ਬਦਲ ਕੇ ਨਵਾਂ ਭਾਰਤ, ਨੌਜਵਾਨਾਂ ਦਾ ਭਾਰਤ, ਸਰਦਾਰ ਭਗਤ ਸਿੰਘ ਦਾ ਭਾਰਤ ਜਿਹੜਾ ਹੈ ਉਹਨੂੰ ਆਪਾਂ ਜਿੰਦਾ ਕਰਨ ਦੇ ਲਈ ਕੰਮ ਕਰੀਏ। ਇਹ ਕਾਲੇ ਕਾਨੂੰਨ ਅੱਜ ਵੀ ਰੱਦ ਹੋਣੇ ਨੇ, ਕੱਲ ਵੀ ਰੱਦ ਹੋਣੇ ਨੇ। ਕੋਈ ਤਾਕਤ ਇਹਨੂੰ ਲਾਗੂ ਨਹੀਂ ਕਰ ਸਕਦੇ। ਘਬਰਾਉਣ ਦੀ ਲੋੜ ਨਹੀਂ। ਸਬਰ ਪਰਖਿਆ ਜਾ ਰਿਹਾ ਹੈ ਤੇ ਆਪਾਂ ਸਬਰ ਦਾ ਪਰਚਾ ਗੁਰੂਆਂ ਨੇ ਵੀ ਹੱਲ ਕੀਤਾ, ਗੁਰੂਆਂ ਦੇ ਸਿੱਖਾਂ ਵੀ ਹੱਲ ਕੀਤਾ। ਅੱਜ ਵੀ ਪੰਜਾਬੀ ਹੱਲ ਕਰਨ ਵਾਸਤੇ ਤਤਪਰ ਖੜੇ ਨੇ। ਕਿਸੇ ਪ੍ਰਕਾਰ ਦਾ ਕੋਈ ਖਤਰਾ ਨਹੀਂ। ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ, ਬਲ ਬਖਸ਼ੇ। ਇਹ ਜੁਰਤ ਤੇ ਹੌਸਲੇ ਨਾਲ, ਜੋਸ਼ ਤੇ ਹੋਸ਼ ਨਾਲ ਆਪਾਂ ਕੰਮ ਕਰਦੇ ਰਹੀਏ। ਭੁੱਲਾਂ ਦੀ ਮਾਫੀ ਦਿਓ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਿਰ ਆਪਾਂ ਨਾਰਾ ਲਾਵਾਂਗੇ, ਜਾਗਾਂਗੇ ਜਗਾਵਾਂਗੇ ਆਪਣਾ ਪੰਜਾਬ ਬਚਾਵਾਂਗੇ। ਜਾਗਾਂਗੇ ਜਗਾਵਾਂਗੇ ਆਪਣਾ ਦੇਸ਼ ਬਚਾਵਾਂਗੇ। ਦੋਵੇਂ ਮਿਲਾਣੇ ਆ। ਜਾਗਾਂਗੇ ਜਗਾਵਾਂਗੇ ਆਪਣਾ ਪੰਜਾਬ ਬਚਾਵਾਂਗੇ। ਜਾਗਾਂਗੇ ਜਗਾਵਾਂਗੇ ਆਪਣਾ ਦੇਸ਼ ਬਚਾਵਾਂਗੇ। ਬਸ ਆਪਾਂ ਲੜਾਈ ਦੇਸ਼ ਦੀ ਤੇ ਪੰਜਾਬ ਦੀ ਲੜਦੇ ਪਏ ਹਾਂ। ਜਿੱਤ ਤੁਹਾਡੇ
17 'ਚ ਅਸੀਂ ਮੌਜੂਦ ਹਾਂ। ਲਗਾਤਾਰ ਨੌਜਵਾਨ ਕਿਸਾਨ ਦਿਵਸ ਜਿਹੜਾ ਉਹ ਮਨਾਇਆ ਜਾ ਰਿਹਾ। ਮਹਿਲਾਵਾਂ ਵੀ ਮੌਜੂਦ ਨੇ, ਨੌਜਵਾਨ ਵੀ ਮੌਜੂਦ ਨੇ, ਗੱਲਬਾਤ ਕਰ ਰਹੇ ਹਾਂ। ਖਾਸ ਤੌਰ ਤੇ ਅੱਜ ਇਸ ਨੌਜਵਾਨ ਕਿਸਾਨ ਦਿਵਸ ਦੇ ਵਿੱਚ ਪਹੁੰਚੇ ਨੇ। ਮੈਡਮ ਕਿੱਥੋਂ ਆਏ ਹੋ? ਅਸੀਂ ਨਿਊ ਚੰਡੀਗੜ੍ਹ ਤੋਂ ਤੇ ਖਾਸ ਤੌਰ ਤੇ ਅੱਜ ਨੌਜਵਾਨ ਕਿਸਾਨ ਦਿਵਸ ਮਨਾਉਣ ਲਈ ਹਾਂਜੀ ਕੀ ਸੋਚਦੇ ਹੋ ਕਿ ਨੌਜਵਾਨਾਂ ਦਾ ਕਿੰਨਾ ਕੁ ਯੋਗਦਾਨ ਹੈਗਾ ਇਸ ਦੇ ਵਿੱਚ? ਬਹੁਤ ਵੱਡਾ ਜੀ। ਦੇਖੋ ਜੀ, ਨੌਜਵਾਨਾਂ ਦਾ ਇਸ ਸੰਘਰਸ਼ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਤੇ ਨੌਜਵਾਨ ਜਾਗ ਪਿਆ ਹੈ ਤੇ ਆਪਣੇ ਹੱਕਾਂ ਪ੍ਰਤੀ ਸੁਚੇਤ ਹੈ ਤੇ ਇਹ ਕਾਨੂੰਨ ਜਿਹੜੇ ਰੱਦ ਕਰਵਾ ਕੇ ਹੀ ਜਾਵਾਂਗੇ। ਜਿਹੜਾ ਇਹ ਬਾਰ-ਬਾਰ ਕਿਹਾ ਜਾਂਦਾ ਕਿ ਨੌਜਵਾਨ ਜਿਹੜਾ ਹੈ ਜੋਸ਼ ਦੇ ਵਿੱਚ ਹੋਸ਼ ਗਵਾ ਬੈਠਦਾ ਕਿਤੇ ਨਾ ਕਿਤੇ, ਔਰ ਇਹ ਗੱਲ ਖਾਸ ਤੌਰ ਤੇ 26 ਤਰੀਕ ਤੋਂ ਬਾਅਦ ਜਿਹੜੀ ਹੈ ਬਾਰ-ਬਾਰ ਚਰਚਾ ਦੇ ਵਿੱਚ ਆਉਂਦੀ ਹੈਗੀ ਹੈ। ਕੀ ਕਹਿਣਾ ਚਾਹੋਗੇ? ਦੇਖੋ ਜੀ, ਨੌਜਵਾਨੀ ਵਿੱਚ ਜੋਸ਼ ਹੋਣਾ ਤਾਂ ਲਾਜ਼ਮੀ ਹੈ। ਜਿੱਥੋਂ ਤੱਕ ਗੱਲ 26 ਜਨਵਰੀ ਦੀ ਹੈ, ਇਹਦੇ ਵਿੱਚ ਜਿਹੜਾ ਉਹਨਾਂ ਨੇ ਉੱਥੇ ਕਰਵਾਇਆ, ਇਹ ਸਾਰਾ ਕੁਝ ਸਰਕਾਰਾਂ ਨੇ ਕਰਵਾਇਆ ਹੈ। ਤੇ ਤੁਸੀਂ ਦੇਖ ਸਕਦੇ ਹੋ, ਜਦੋਂ ਅਸੀਂ ਉੱਥੇ ਜਾ ਰਹੇ ਸੀ ਤਾਂ ਸਾਨੂੰ ਉੱਥੇ ਨਹੀਂ ਪਤਾ ਸੀ ਕਿ ਕਿੱਧਰ ਨੂੰ ਜਾਣਾ, ਕਿਹੜਾ ਰੂਟ ਹੈ, ਤੇ ਉੱਥੇ ਸਾਨੂੰ ਪ੍ਰਸ਼ਾਸਨ ਨੇ ਬੈਰੀਕੇਡ ਹਟਾ ਕੇ ਉੱਧਰ ਭੇਜਿਆ ਕਿ ਤੁਸੀਂ ਇੱਧਰ ਆਓ, ਕਿਉਂਕਿ ਉਹ ਸਾਡੀ ਮਾਨਸਿਕਤਾ ਨੂੰ ਜਾਣਦੇ ਜਾਸੂਸ ਉਹਨਾਂ ਨੇ ਛੱਡੇ ਹੋਏ ਸੀ। ਗੱਲਾਂ ਹੁੰਦੀਆਂ ਸੀ ਕਿ ਅਸੀਂ ਲਾਲ ਕਿਲੇ ਝੰਡਾ ਲਹਿਰਾਣਾ, ਇਸ ਕਰਕੇ ਇਹ ਸਾਰਾ ਪ੍ਰਸ਼ਾਸਨ ਨੇ ਕੰਮ ਕਰਵਾਇਆ। ਅੱਛਾ, ਬਹੁਤ ਲੋਕ ਇਹ ਕਹਿੰਦੇ ਆ ਕਿ ਨੌਜਵਾਨ ਜਿਹੜਾ ਉਹ ਲੱਖੇ ਸਿਧਾਣੇ ਤੇ ਦੀਪ ਸਿੱਧੂ ਨਾਲ ਸੀਗਾ। ਦੇਖੋ ਜੀ, ਇਦਾਂ ਦੀ ਕੋਈ ਗੱਲ ਨਹੀਂ ਹੈ। ਦੀਪ ਸਿੱਧੂ ਬਾਈ ਜਿਹੜਾ ਉੱਥੇ ਜਾ ਕੇ ਲਾਈਵ ਹੋ ਗਿਆ, ਇਸ ਕਰਕੇ ਸਾਰੀ ਗੱਲ ਉਹ ਤੇ ਆ ਗਈ ਆ, ਪਰ ਇਦਾਂ ਦੀ ਕੋਈ ਗੱਲ ਨਹੀਂ ਹੈ, ਉਹ ਬੇਕਸੂਰ ਨੇ। ਲੱਖਾ ਸਿਧਾਣਾ ਨੇ ਜੋ ਪਿਛਲੇ ਦਿਨੀ ਮਹਿਰਾਜ ਦੇ ਵਿੱਚ ਰੈਲੀ ਕੀਤੀ ਆ, ਬੜਾ ਭਾਰੀ ਇਕੱਠ ਹੋਇਆ ਉੱਥੇ, ਕਿਵੇਂ ਦੇਖਦੇ ਹੋ ਉਸ ਚੀਜ਼ ਨੂੰ? ਕਿਉਂਕਿ ਉਸ ਤੋਂ ਇੱਕ ਚੀਜ਼ ਤਾਂ ਸਾਫ਼ ਹੁੰਦੀ ਹੈ ਕਿ ਨੌਜਵਾਨ ਕਿਤੇ ਨਾ ਕਿਤੇ ਉਹਨਾਂ ਦੇ ਨਾਲ ਚੱਲਦਾ ਜ਼ਰੂਰ ਹੈ। ਬਿਲਕੁਲ ਜੀ, ਮਹਿਰਾਜ ਦੀ ਰੈਲੀ ਬਹੁਤ ਵੱਡੀ ਸੀ। ਲੱਖਾ ਸਿਧਾਣਾ ਬਾਈ ਉੱਥੇ ਆਏ ਆ ਤੇ ਨੌਜਵਾਨ ਬਿਲਕੁਲ ਉਹਨਾਂ ਦੇ ਨਾਲ ਹੈ ਜੀ। ਉਹਨਾਂ ਨੇ ਪਹਿਲਾਂ ਵੀ ਮਾਂ ਬੋਲੀ ਪੰਜਾਬੀ ਵਾਸਤੇ ਵੀ ਕਾਫੀ ਕੰਮ ਕੀਤਾ ਹੈ ਤੇ ਸਰਕਾਰਾਂ ਤੇ ਉਹ ਕਟਾਸ਼ ਕਰਦੇ ਰਹਿੰਦੇ ਆ, ਇਸ ਕਰਕੇ ਨੌਜਵਾਨ ਬਿਲਕੁਲ ਦੀਪ ਸਿੱਧੂ ਬਾਈ ਤੇ ਲੱਖੇ ਸਿਧਾਣੇ ਦੇ ਨਾਲ ਨੇ। ਅੱਜ ਖਾਸ ਮਕਸਦ ਕੀ ਰਿਹਾ ਇੱਥੇ ਨੌਜਵਾਨ ਕਿਸਾਨ ਦਿਵਸ ਮਨਾਉਣ ਦਾ? ਦੇਖੋ ਜੀ, ਅਸੀਂ ਤਾਂ ਹਰ ਰੋਜ਼ ਸ਼ਾਮ ਨੂੰ ਚੌਂਕਾਂ ਦੇ ਚੰਡੀਗੜ੍ਹ ਦੇ ਤੇ ਇੱਥੇ ਪਲਾਜੇ ਤਾਂ ਆਉਂਦੇ ਆ ਤੇ ਦਿੱਲੀ ਵੀ ਜਾ ਕੇ ਆਉਂਦੇ ਆ। ਅੱਜ ਮਕਸਦ ਇਹ ਸੀ ਕਿ ਅਸੀਂ ਵੱਧ ਤੋਂ ਵੱਧ ਜਿਹੜੇ ਨੌਜਵਾਨ ਆ ਇਹਨਾਂ ਨੂੰ ਆਪਣੇ ਨਾਲ ਜੋੜ ਸਕੀਏ, ਉਹਨਾਂ ਨੂੰ ਜਗਾ ਸਕੀਏ ਤਾਂ ਕਿ ਸਾਡਾ ਸੰਘਰਸ਼ ਜਿਹੜਾ ਹੋਰ ਮਜ਼ਬੂਤ ਹੋ ਸਕੇ। ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਨੌਜਵਾਨ ਕਿਸਾਨ ਦਿਵਸ ਦੀਆਂ ਲਗਾਤਾਰ ਜੋ ਲੋਕ ਨੇ ਉਹ ਨੌਜਵਾਨ ਨੇ ਪਹੁੰਚ ਰਹੇ ਨੇ ਔਰ ਇਸ ਦੇ ਵਿੱਚ ਸ਼ਾਮਲ ਹੋ ਰਹੇ ਨੇ। ਕੈਮਰਾਮੈਨ ਸ਼ਹਿਰੀ ਦੇ ਨਾਲ ਬਲਦੀਪ ਸਿੰਘ, ਹਮਦਰਦ ਟੀਵੀ, ਚੰਡੀਗੜ੍ਹ।